ਕਿ ਵਾਕਈ ਹੀ ਐਨਜੀਓ ਨੂੰ ਲੈ ਕੇ ਸਵਾਲ ਚੁੱਕੇ ਜਾ ਸਕਦੇ ਨੇ ਕਿ ਉਹ ਪਬਲਿਕ ਫੰਡ ਕਿੱਥੇ ਯੂਜ਼ ਹੋ ਰਿਹਾ, ਉਹਨਾਂ ਨੂੰ ਅਸੀਂ ਸਵਾਲ ਕਰ ਸਕਦੇ ਹਾਂ। ਜਿਵੇਂ ਅਸੀਂ ਲੀਡਰਾਂ ਨੂੰ ਸਵਾਲ ਕਰਦੇ ਹਾਂ ਕਿ ਸਾਡਾ ਜਿਹੜਾ ਸਰਕਾਰੀ ਫੰਡ ਆ ਉਹ ਕਿੱਥੇ ਗਿਆ, ਉਸੇ ਤਰ੍ਹਾਂ ਸਾਡਾ ਜੇ ਪਬਲਿਕ ਫੰਡ ਕਿਸੇ ਨੇ ਵੀ ਯੂਜ਼ ਕੀਤਾ, ਕਿਸੇ ਵੀ ਪਰਪਸ ਲਈ ਯੂਜ਼ ਕੀਤਾ, ਉਹਦਾ ਹਿਸਾਬ ਕਿਤਾਬ ਤਾਂ ਜ਼ਰੂਰੀ ਹੈ। ਪਰ ਐਨਜੀਓ ਵਾਲੇ ਇਹ ਕਹਿੰਦੇ ਪਏ ਨੇ ਵੀ ਅਸੀਂ ਹਿਸਾਬ ਕਿਤਾਬ ਦਈਏ ਕਿਉਂ, ਜਿਨ੍ਹਾਂ ਨੇ ਸਾਨੂੰ ਡੋਨੇਸ਼ਨ ਦਿੱਤੀ ਹੈ ਜਾਂ ਜਿਨ੍ਹਾਂ ਨੇ ਸਾਨੂੰ ਪੈਸੇ ਦਿੱਤੇ ਨੇ ਅਸੀਂ ਉਹਨਾਂ ਨੂੰ ਹਿਸਾਬ ਦੇਵਾਂਗੇ, ਕੋਈ ਹੋਰ ਬੰਦਾ ਕਿਉਂ ਹਿਸਾਬ ਮੰਗੇ? ਫਿਰ ਇਹ ਜਾਇਜ਼ ਹੈ ਗੱਲ? ਜਦ ਪੈਸੇ ਦੀ ਡਿਮਾਂਡ ਪਬਲਿਕ ਸਫੇਅਰ 'ਚ ਹੋਈ ਆ, ਜਦ ਪੈਸੇ ਦੀ ਡਿਮਾਂਡ ਦੁਨੀਆ ਦੇ ਸਾਹਮਣੇ ਹੋਈ ਆ ਤੇ ਪਤਾ ਨਹੀਂ ਕੌਣ ਡੋਨਰ ਆ, ਤਾਂ ਉਸ ਚੀਜ਼ ਦਾ ਜਵਾਬ ਵੀ ਪਬਲਿਕ ਨੂੰ ਦੇਣਾ ਪਊਗਾ। ਜਿਹੜੇ ਗਰੀਬ ਲੋਕਾਂ ਦੀ ਮਦਦ ਕਰਦੇ ਨੇ ਕਦੋਂ ਉਮੀਦ ਬਣ ਜਾਂਦੇ ਨੇ ਪਤਾ ਵੀ ਨਹੀਂ ਲੱਗਦਾ। ਫਿਰ ਬਾਕੀ ਐਨਜੀਓ ਵਿੱਚ ਫਰੋਡ ਹੁੰਦਾ ਕਿਤੇ ਨਾ ਕਿਤੇ ਕਿ ਸਾਫ਼ ਸੁਥਰੇ ਐਨਜੀਓ ਚੱਲਦੇ ਪਏ ਨੇ? ਪਰ ਅੱਜ ਕੱਲ ਲੋਕ ਬੋਲ ਦਿੰਦੇ ਆ ਅੱਛਾ ਕੋਈ ਕੰਮ ਨਹੀਂ ਚੱਲਦਾ, ਚਲ ਐਨਜੀਓ ਖੋਲ ਲੈਂਦੇ ਆ। ਆਪਦੀ ਫਾਈਟ ਫॉर ਰਾਈਟ ਨੂੰ ਮੈਂ ਰਜਿਸਟਰਡ ਨਹੀਂ ਕਰਾਇਆ, ਮੈਂ ਉਹਨੂੰ ਇੱਕ ਕੈਂਪੇਨ ਦੇ ਰੂਪ ਦਿੱਤਾ, ਠੀਕ। ਮੈਂ ਉਹਦੇ ਲਈ ਕਦੇ ਕਿਸੇ ਤੋਂ ਫੰਡ ਨਹੀਂ ਲਿਆ। ਉਹ ਇਹੀ ਰੀਜ਼ਨ ਸੀਗੇ ਕਿਉਂਕਿ ਮੈਨੂੰ ਪਤਾ ਹੈ ਇਸ ਚੀਜ਼ ਦਾ ਕਿ ਇਹਨਾਂ ਚੀਜ਼ਾਂ ਦੇ ਇਲਜ਼ਾਮ ਲੱਗਣੇ ਹੀ ਲੱਗਣੇ ਨੇ। ਹੋ ਸਕਦਾ ਕਿ ਬਹੁਤ ਸਾਰੇ ਪੈਸੇ ਆਏ ਹੋਣ ਤੇ ਲੋਕਾਂ ਤੇ ਥੋੜਾ ਜਿਹਾ ਲਾ ਕੇ ਬਾਕੀ ਖਾ ਲਏ ਗਏ ਹੋਣ। ਬਵਾਲ ਮਚਿਆ ਹੋਇਆ ਹੈ। ਮੈਂ ਇੱਕ ਸਧਾਰਨ ਜਿਹਾ ਤੇ ਇੱਕ ਸਿੰਪਲ ਜਿਹਾ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਵਾਕਈ ਐਨਜੀਓ ਦੇ ਵਿੱਚ ਫਰੋਡ ਹੁੰਦੇ ਨੇ? ਇਹ ਹਰ ਐਨਜੀਓ ਦਾ ਫਰਜ਼ ਬਣਦਾ ਕਿ ਉਹ ਆਪਦਾ ਆਡਿਟ ਕਲੀਅਰ ਕਰੂਗੀ, ਉਹਨੂੰ ਦੇਣਾ ਪਊਗਾ ਹਿਸਾਬ। ਤੁਸੀਂ ਆਰਗੇਨਾਈਜੇਸ਼ਨ ਦੀ ਗੱਲ ਕੀਤੀ ਹੈ, ਐਨਜੀਓ ਦੀ ਗੱਲ ਨਹੀਂ ਕਰਦੀ ਹੈਗੀ। ਕਪਲਾ ਕਿੱਥੇ ਨਹੀਂ, ਐਸਜੀਪੀਸੀ ਕਪਲਾ ਕਰਦੀ ਆ, ਐਸਜੀਪੀਸੀ ਵਾਲੇ ਨਹੀਂ ਕਰਦੇ। ਸੋਸ਼ਲ ਮੀਡੀਆ ਦੇ ਉੱਤੇ ਜਾਣਾ ਹਰੇਕ ਦਾ ਹੱਕ ਆ, ਉਹ ਸੋਸ਼ਲ ਪਲੇਟਫਾਰਮ ਆ, ਕੋਈ ਵੀ ਜਾ ਸਕਦਾ ਆ, ਹਰੇਕ ਦਾ ਫੰਡਾਮੈਂਟਲ ਰਾਈਟ ਆ, ਕੋਈ ਰੋਕ। ਭਾਸ਼ਾ ਦੀ ਮਰਿਆਦਾ ਹੋਣੀ ਚਾਹੀਦੀ ਹੈ। ਭਾਸ਼ਾ ਦੀ ਮਰਿਆਦਾ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਜਦੋਂ ਮੈਂ ਕਿਸੇ ਮੁੱਦੇ ਦੇ ਉੱਤੇ ਖੁੱਲ ਕੇ ਬੋਲਦੀ ਹਾਂ ਤਾਂ ਮੈਨੂੰ ਗਸ਼ਤੀ ਤੱਕ ਦੇ ਸ਼ਬਦ ਵਰਤੇ ਜਾਂਦੇ ਆ ਮੇਰੇ ਲਈ। ਵੀ ਸਵਾਲ ਕਰਤਾ ਐਨਜੀਓ ਹਿਸਾਬ ਦੇਵੇ, ਇਹ ਨਹੀਂ ਕਹਿੰਦੇ ਵੀ ਐਨਜੀਓ ਹਿਸਾਬ ਨਾ ਦੇਵੇ, ਹਿਸਾਬ ਦੇਣਾ ਚਾਹੀਦਾ। ਪਰ ਜਿਹੜੇ ਸਵਾਲ ਕਰ ਰਿਹਾ ਤੁਹਾਨੂੰ ਲੱਗਦਾ ਵੀ ਸੋਸ਼ਲ ਮੀਡੀਆ ਦੇ ਬਜਾਏ ਡਾਇਰੈਕਟ ਬੰਦੇ ਨੂੰ ਕਰਨਾ ਚਾਹੀਦਾ ਵੀ ਤੂੰ ਹਿਸਾਬ ਦੇ ਦੇ ਇੰਨੇ ਪੈਸਿਆਂ ਦਾ। ਫਿਰ ਜੇ ਐਨਜੀਓ ਬੰਦ ਹੋ ਗਏ ਗਰੀਬ ਲੋਕ ਕਿੱਥੇ ਜਾਣਗੇ ਜਿਹੜੇ ਐਨਜੀਓ ਤੇ ਡਿਪੈਂਡ ਨੇ? ਇੱਕ ਮਿੰਟ ਇਮੇਜ ਕਿੱਥੋਂ ਬਣੀ ਹੈ? ਸਖਸ਼ੀ ਪੂਜਾ ਦਾ ਇੱਕ ਇਮੇਜ ਕਿੱਥੋਂ ਬਣੀ? ਸੋਸ਼ਲ ਮੀਡੀਆ ਤੋਂ ਬਣੀ ਨਾ। ਫੰਡ ਕਿੱਥੋਂ ਇਕੱਠਾ ਹੋ ਰਿਹਾ? ਸੋਸ਼ਲ ਮੀਡੀਆ ਦੇ ਥਰੂ ਹੋ ਰਿਹਾ। ਜਵਾਬ ਵੀ ਉੱਥੇ ਦੇਣੇ ਪੈਣਗੇ। ਜਿਹੜੇ ਸਵਾਲ ਕਰਦੇ ਨੇ ਫਿਰ ਤੁਹਾਨੂੰ ਲੱਗਦਾ ਵੀ ਆਪਣੇ ਲੀਡਰ ਨੂੰ ਵੀ ਸਵਾਲ ਕਰ ਲੈਣ ਜਾ ਕੇ ਉੱਥੇ। ਹੁਣ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਭਾਸ਼ਾ ਦੀ ਮਰਿਆਦਾ ਨਹੀਂ ਰੱਖਣੀ। ਜਿਹੜੇ ਸਵਾਲ ਆ ਰਹੇ ਉਹ ਬਾਹਰੋਂ ਆ ਰਹੇ ਆ, ਉਹਨਾਂ ਦੇ ਲੀਡਰ ਦਾ ਵਧੀਆ ਕੰਮ ਕਰ ਰਿਹਾ, ਲੀਡਰ ਸਾਡੇ ਮਾੜਾ ਕੰਮ ਕਰ ਰਹੇ, ਉਹ ਲੀਡਰਾਂ ਨੂੰ ਵੋਟ ਨਹੀਂ ਪਾਉਂਦੇ। ਲੀਡਰਾਂ ਤੋਂ ਸਵਾਲ ਕਰਨ ਦਾ ਫਰਜ਼ ਸਾਡਾ ਬਣਦਾ ਆ, ਜਿਹੜੇ ਅਸੀਂ ਇੱਥੇ ਆ, ਜਿਹੜੇ ਵੋਟ ਪਾਉਂਦੇ ਆ, ਜਿਹੜੇ ਹਰ 5 ਸਾਲ ਬਾਅਦ ਅਸੈਂਬਲੀ ਨੂੰ, ਹਰ 5 ਸਾਲ ਬਾਅਦ ਐਮਪੀ ਨੂੰ, ਹਰ 5 ਸਾਲ ਬਾਅਦ ਸਰਪੰਚ ਨੂੰ, ਕਿਸੇ ਨੂੰ ਵੀ ਵੋਟ ਪਾਉਂਦੇ ਆ ਨਾ, ਇਹ ਉਹਨਾਂ ਦਾ ਫਰਜ਼ ਬਣਦਾ ਆ ਕਿ ਉਹ ਆਪਣੀਆਂ ਸਰਕਾਰਾਂ ਨੂੰ ਸਵਾਲ ਕਰਨ। ਇੱਥੋਂ ਦੇ ਲੋਕੀ ਵਿਰੋਧ ਕਰਦੇ ਪਏ ਨੇ, ਜਿਹੜੇ ਇੱਥੋਂ ਕਰ ਰਹੇ ਉਹਨਾਂ ਨੂੰ ਬਣਦਾ ਆ। ਪਰ ਇਹ ਨਹੀਂਗਾ ਕਿ ਆਪਾਂ ਇਹ ਗੱਲ ਕਹਿ ਰਹੀ ਜੀ ਲੀਡਰਾਂ ਨੂੰ ਸਵਾਲ ਕਰ ਲਓ, ਸੋਸ਼ਲ ਵਰਕਰਸ ਨੂੰ ਨਾ ਕਰੋ, ਸਭ ਨੂੰ ਕਰੋ। ਸਿੱਖਿਆ ਕਿੱਥੋਂ ਤੁਸੀਂ ਲਈ ਹੈ? ਤੁਸੀਂ ਪਹਿਲਾਂ ਜਿਸ ਤਰੀਕੇ ਨਾਲ ਕਿਹਾ ਕਿ ਸਾਰੇ ਕੰਮ ਤੁਸੀਂ ਫ੍ਰੀ ਕਰਦੇ ਸੀ ਪਹਿਲਾਂ ਜੇਲ੍ਹ ਜਾਣ ਤੋਂ ਪਹਿਲਾਂ, ਇਹ ਸਿੱਖਿਆ ਤੁਹਾਨੂੰ ਕਿੱਥੋਂ ਆਈ ਹੈ? ਜੇਲ੍ਹ ਵਿੱਚ ਰਹਿ ਕੇ ਆਈ ਹੈ ਕਿ ਵਾਕਈ ਤੁਹਾਨੂੰ ਲੱਗਿਆ ਕਿ ਤੁਸੀਂ ਜੇਲ੍ਹ ਵਿੱਚ ਹੈਗੇ ਸੀ, ਤੁਹਾਡੀ ਕਿਸੇ ਨੇ ਹੈਲਪ ਨਹੀਂ ਕੀਤੀ? ਜੇ ਸਾਰਾ ਪੈਸਾ ਇਕੱਠਾ ਕੀਤਾ ਗਿਆ ਤੁਹਾਡੇ ਤੇ ਲੱਗਿਆ, ਉਹ ਤੁਹਾਡੇ ਆਪਣੇ ਨੇ ਲਗਾਇਆ। ਹੁਣ ਮਾਪਿਆਂ ਨੇ ਵੀ ਕਹਿਤਾ, ਕਹਿੰਦੇ ਤੈਨੂੰ ਪੜ੍ਹਾਇਆ ਲਿਖਾਇਆ, ਠੀਕ ਆ, ਤੇਰੇ ਹਰੇਕ ਕੰਮ 'ਚ ਸਾਥ ਦਿੰਦੇ ਸੀ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਹੁਣ ਤੂੰ ਜੇਲ੍ਹ ਵੀ ਜਾ, ਲੋਕਾਂ ਦੇ ਕਰਕੇ ਜੁੱਤੀਆਂ ਵੀ ਖਾ ਤੇ ਫਿਰ ਫ੍ਰੀ ਦੇ ਵਿੱਚ ਸੇਵਾ ਵੀ ਕਰ ਤੇ ਜੁੱਤੀਆਂ ਵੀ ਖਾਈ ਚੱਲ ਤੇ ਫਿਰ ਪੈਸੇ ਵੀ ਲੁਟਾਈ ਚੱਲ। ਇਹ ਗੱਲਾਂ ਨਹੀਂ। ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਛੱਡ ਕੇ ਲੋਕਾਂ ਦੀ ਮਦਦ ਕੀਤੀ, ਗਰੀਬਾਂ ਦੀ ਮਦਦ ਕੀਤੀ ਤੇ ਉਸ ਤੋਂ ਬਾਅਦ ਜਾ ਕੇ ਹੁਣ ਤੁਹਾਨੂੰ ਲੱਗਦਾ ਕਿ ਪੈਸੇ ਦੀ ਲੋੜ ਹੈਗੀ। ਜਦੋਂ ਘਰਦਿਆਂ ਨੇ ਕਹਿਤਾ, ਜਦੋਂ ਐਨਜੀਓ ਚੱਲਦੇ ਨੇ ਫਿਰ ਤੁਹਾਨੂੰ ਲੱਗਦਾ ਜੇ ਤੁਸੀਂ ਫ੍ਰੀ ਸੇਵਾ ਨਹੀਂ ਕਰਦੇ ਫਿਰ ਤੁਹਾਨੂੰ ਲੱਗਦਾ ਕਿ ਐਨਜੀਓ ਲਈ ਫ੍ਰੀ ਸੇਵਾ ਕਰਦੇ ਹੋਣਗੇ? ਆਬਵੀਅਸ ਹੀ ਗੱਲ ਹੈ, ਐਨਜੀਓ ਵਾਲੇ, ਮੈਂ ਤਾਂ ਆਪ ਕਹਿ ਰਹੀ ਹਾਂ ਕਿ ਇਹਨੂੰ ਪ੍ਰੋਫੈਸ਼ਨ ਬਣਾਇਆ ਜਾਵੇ। ਖਾਲਸਾ ਏਡ ਆ, ਰਵੀ ਸਿੱਧੂ ਨੇ ਸੈਲਰੀ ਰੱਖੀ ਆ। ਇਹਦਾ ਅਸਰ ਪਏਗਾ ਅੱਗੇ ਜਾ ਕੇ ਜਿਹੜੇ ਬਾਕੀ ਨਵੇਂ ਐਨਜੀਓ ਖੁੱਲਣਗੇ, ਜਿਹੜੇ ਹੁਣ ਐਨਜੀਓ ਚੱਲਦੇ ਪਏ ਨੇ? ਕਿਉਂਕਿ ਸਵਾਲ ਤਾਂ ਵੀਰੇ ਵਧੀਆ ਗੱਲ ਹੈ, ਟਰਾਂਸਪੇਰੈਂਸੀ ਆ ਜਾਊਗੀ। ਇਹੋ ਜਿਹੇ ਮੁੱਦੇ ਵੀ ਉੱਠਣੇ ਚਾਹੀਦੇ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਵੇਲੀਆਂ ਕਿਤੋਂ ਨਹੀਂ ਖਾ ਸਕਦੇ। ਟਰਾਂਸਪੇਰੈਂਸੀ ਨਾਲ ਚੱਲੋ, ਸੈੱਟ ਆ ਕੰਮ। ਸੱਚੇ ਹੋ ਕੇ ਚੱਲੋ, ਸਭ ਕੁਝ ਓਕੇ ਆ। ਸੱਚੇ ਹੋ ਕੇ ਬੋਲੋ ਸਾਡਾ ਇੰਨਾ ਖਰਚਾ ਆਇਆ, ਅਸੀਂ ਇੰਨੇ ਖਰਚਾ ਕੱਢ ਲਿਆ। ਜਿਨ੍ਹਾਂ ਦਾ ਵਿਵਾਦ ਚੱਲਦਾ ਪਿਆ ਫਿਰ ਤੁਹਾਨੂੰ ਲੱਗਦਾ ਸਹੀ ਨੇ? ਮੈਂ ਗੋਲਡੀ ਵੀਰੇ ਨੂੰ ਵੀ ਇਹੀ ਗੱਲ ਬੋਲੀ ਆ, ਮੈਂ ਹੁਣ ਵੀ ਬੋਲਦੀ ਆ ਜੇ ਗੋਲਡੀ ਵੀਰਾ ਸੁਣਦਾ ਆ। ਵੀਰੇ ਤੇਰੇ ਕੋਈ ਅਗੇਂਸਟ ਨਹੀਂਗਾ, ਮੈਂ ਪਹਿਲਾਂ ਵੀ ਬੋਲਿਆ, ਮੈਂ ਪਨੀਤ ਨੂੰ ਤੇ ਉਹਦੀ ਵਾਈਫ ਨੂੰ ਵੀ ਬੋਲਿਆ ਜਦੋਂ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ। ਮੈਂ ਕਿਹਾ ਟਰਾਂਸਪੇਰੈਂਸੀ ਮਸਟ ਆ, ਹਿਸਾਬ ਦੇਵੋ। ਤੇ ਮੈਂ ਉਹਨਾਂ ਨੂੰ ਬਲਕਿ ਇਹ ਗੱਲ ਵੀ ਬੋਲੀ, ਮੈਂ ਕਿਹਾ ਜਿਹੜੇ ਝੂਠੇ ਐਲੀਗੇਸ਼ਨ ਲਾਉਂਦੇ ਉਹਨਾਂ ਲਈ ਡੈਫਾਮੇਸ਼ਨ ਸੂਟ ਤੇ ਚਲੇ ਜਾਓ। ਤੇ ਲੋਕਾਂ ਨੂੰ ਵੀ ਮੈਂ ਬੋਲਦੀ ਆ ਜਿਹੜੇ ਉਹਨਾਂ ਦੀ ਕੰਪਲੇਂਟ ਕਰ ਰਹੇ ਆ ਕਿ ਜਿਹੜੇ ਤਾਂ ਝੂਠੇ ਐਲੀਗੇਸ਼ਨ ਲਾ ਰਹੇ ਆ ਉਹਨਾਂ ਦੇ ਡੈਫਾਮੇਸ਼ਨ ਸੂਟ ਫਾਈਲ ਹੋ ਜੂ। ਜੇ ਗੋਲਡੀ ਤੇ ਪੁਨੀਤ ਨੇ ਧੋਖਾਧੜੀ ਕੀਤੀ ਉਹਨਾਂ ਤੇ 420 ਹੋ ਜੂ। ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਐਨਜੀਓ ਦੇ ਉੱਪਰ ਸਵਾਲ ਉੱਠ ਰਹੇ ਨੇ, ਸਵਾਲ ਕੀਤੇ ਵੀ ਜਾ ਰਹੇ ਨੇ ਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਹਿਸਾਬ ਹੋਣਾ ਚਾਹੀਦਾ ਜੋ ਵੀ ਐਨਜੀਓ ਨੇ ਲੋਕਾਂ ਦੇ ਪੈਸੇ ਲਗਾਏ ਨੇ।
ਔਰ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੇ NRI ਬਾਹਰ ਬੈਠੇ ਨੇ, ਆਪਣੀਆਂ ਮਿਹਨਤਾਂ ਕਰਕੇ ਉੱਥੇ ਸ਼ਿਫਟਾਂ ਵਿੱਚ ਕੰਮ ਕਰਕੇ ਡਾਲਰ ਜਿਹੜੇ ਨੇ ਪੰਜਾਬ ਭੇਜਦੇ ਨੇ ਵੀ ਕਿਸੇ ਗਰੀਬ ਦਾ ਭਲਾ ਹੀ ਹੋ ਜਾਵੇ, ਕਿ ਉਹ ਪੈਸੇ ਸਹੀ ਵਰਤੇ ਗਏ ਨੇ? ਕਿ ਸਵਾਲ ਕਰਨੇ ਸੌਖੇ ਨੇ, NGO ਆਪਣਾ ਹਿਸਾਬ ਦੇ ਰਹੀ ਹੈ, ਲੋਕੀ ਸਵਾਲ ਕਰ ਰਹੇ ਨੇ ਕਿ ਵਾਕਈ ਸਵਾਲ ਕਰਨਾ ਸੌਖਾ ਹੈ, ਜਾਂ NGO ਹਿਸਾਬ ਨਹੀਂ ਦੇ ਰਹੀ ਇਸ ਕਰਕੇ ਸਵਾਲ ਹੋ ਰਹੇ ਨੇ? ਇਹ ਨਾ ਕਿਤੇ ਸ਼ਸ਼ਪਨ ਬਣਿਆ ਹੋਇਆ ਹੈ। ਪਰ ਜਿਹੜੇ ਵੀਰ NRI ਬੰਦੇ ਬਾਹਰ ਬੈਠੇ ਨੇ, ਉਹ ਪੈਸਾ ਭੇਜਦੇ ਨੇ, ਉਹ ਹਿਸਾਬ ਮੰਗਦੇ ਨੇ, ਜਾਂ ਪੰਜਾਬ ਦੇ ਵਿੱਚ ਜਿਹੜੇ ਲੋਕੀ ਨੇ ਉਹ ਹਿਸਾਬ ਮੰਗਦੇ ਨੇ? ਇਹ ਵੀ ਕਿਤੇ ਨਾ ਕਿਤੇ ਇੱਕ ਮੁੱਦਾ ਹੈਗਾ ਕਿ ਵਾਕਈ ਪੰਜਾਬ ਦੇ ਜਿਹੜੇ NGO ਚੱਲਦੇ ਪਏ ਨੇ ਉਹ ਸਾਰੇ ਕਰਪਟ ਨੇ, ਜਾਂ NGO ਵਾਕਈ ਪੈਸਾ ਖਾਂਦੇ ਨੇ, ਜਾਂ ਆਪਾਂ ਕਹਿ ਦਈਏ ਕਿ ਗਰੀਬ ਲੋਕਾਂ ਦੀ ਸੇਵਾ ਕਰਦੇ ਕਰਦੇ NGO ਵਾਲੇ ਆਪ ਅਮੀਰ ਬਣ ਜਾਂਦੇ ਨੇ? ਕਿ ਇਸ ਤਰੀਕੇ ਦਾ ਵੀ ਹੁੰਦਾ ਕੁਝ, ਕਿ ਵਾਕਈ ਸਾਰੇ NGO ਫਰੋਡ ਨੇ, ਕਿ ਵਾਕਈ ਸਾਰੇ NGO ਸਹੀ ਕੰਮ ਕਰਦੇ ਨੇ? ਆਪਾਂ ਸਾਰੇ ਮੁੱਦੇ 'ਤੇ ਚਰਚਾ ਕਰਾਂਗੇ। ਸਾਡੇ ਨਾਲ ਐਡਵੋਕੇਟ ਸਿਮਰਤ ਕੌਰ ਗਿੱਲ ਸਾਡੇ ਨਾਲ ਮੌਜੂਦ ਨੇ, ਆਪਾਂ ਜਾਣਾਂਗੇ। ਇਹ ਵੀ ਸਮਾਜ ਸੇਵਾ ਕਰਦੇ ਨੇ, ਇਹਨਾਂ ਦਾ ਆਪਣਾ ਕੋਈ NGO ਤਾਂ ਨਹੀਂ ਹੈਗਾ, ਪਰ ਸਮਾਜ ਸੇਵਾ ਇਹ ਵੀ ਕਰਦੇ ਨੇ ਕਿ ਵਾਕਈ ਹੀ ਜਿਹੜੇ NGO ਨੇ ਉਹ ਕਰਪਟ ਨੇ, ਕਿ ਵਾਕਈ ਹੀ NGO ਉੱਤੇ ਸਵਾਲ ਕਰਨਾ ਸਹੀ ਹੈ? ਆਪਾਂ ਸਿਮਰਤ ਕੌਰ ਗਿੱਲ ਕੋਲ ਜਾਣਾਂਗੇ। ਪਹਿਲਾਂ ਸਿਮਰਤ ਜੀ, ਪਹਿਲਾਂ ਮੇਰਾ ਸਵਾਲ ਇਹ ਹੈ ਕਿ ਜਿਸ ਤਰੀਕੇ ਨਾਲ ਮੁੱਦਾ ਭਖਿਆ ਹੋਇਆ ਹੈ NGO ਨੂੰ ਲੈ ਕੇ, ਲੋਕੀ ਸਵਾਲ ਕਰਦੇ ਨੇ, ਪਹਿਲਾ ਸਵਾਲ ਇਹ ਹੈ ਕਿ ਵਾਕਈ ਹੀ NGO ਨੂੰ ਲੈ ਕੇ ਸਵਾਲ ਚੁੱਕੇ ਜਾ ਸਕਦੇ ਨੇ? NGO ਹੋਵੇ ਜਾਂ ਕੋਈ ਇੱਕ ਸਿੰਗਲ ਪਰਸਨ ਵੀ ਹੋਵੇ, ਜਿਵੇਂ ਮੇਰੀ ਕੋਈ NGO ਨਹੀਂ ਹੈਗੀ, ਠੀਕ ਹੈ, ਮੈਂ ਕੈਂਪੇਨ ਚਲਾਉਣੀ ਆ, ਜੇ ਮੈਂ ਆਪਦੀ ਕੈਂਪੇਨ ਲਈ ਬਾਹਰੋਂ ਫੰਡ ਮੰਗਣ ਲੱਗ ਜਾ, ਬਾਹਰੋਂ ਦਾ ਮਤਲਬ ਵੀ ਮੇਰੇ ਆਪਣੇ ਜਿਹੜਾ ਮੇਰਾ ਫਰੈਂਡ ਜ਼ੋਨ ਆ, ਆਪਣਾ ਸਾਡਾ ਸਰਕਲ ਆ, ਉਹ ਤੋਂ ਬਾਹਰ ਕਿਸੇ ਤੋਂ ਵੀ ਮੈਂ ਕਹਾਂ ਫੰਡ ਰੇਜ਼ਿੰਗ ਕਰਾਂ ਕਿ ਯੈਸ ਮੈਂ ਕੈਂਪੇਨ ਚਲਾਉਣੀ ਆ ਜੀ, ਫੰਡ ਰੇਜ਼ਿੰਗ ਕਰੋ ਤਾਂ ਕਿ ਆਪਾਂ ਕੈਂਪੇਨ ਨੂੰ ਅੱਛੇ ਤਰੀਕੇ ਨਾਲ ਚਲਾ ਸਕੀਏ, ਫਲਾਨਾ ਧਮਕਾ, ਠੀਕ ਆ। ਸੋ ਉਹ ਪਬਲਿਕ ਫੰਡ ਬਣ ਜਾਂਦਾ। ਜੇ ਅਸੀਂ ਪਬਲਿਕ ਫੰਡ ਨੂੰ ਯੂਜ਼ ਕਰਾਂਗੇ, ਫਿਰ ਉਹ ਚਾਹੇ ਕੋਈ ਆਰਗੇਨਾਈਜੇਸ਼ਨ ਹੋਵੇ, ਚਾਹੇ ਉਹ ਕੋਈ ਪਰਸਨ ਹੋਵੇ, ਸਾਰੇ ਜਵਾਬਦੇਹ ਨੇ ਕਿ ਉਹ ਪਬਲਿਕ ਫੰਡ ਕਿੱਥੇ ਯੂਜ਼ ਹੋ ਰਿਹਾ। ਉਹਨਾਂ ਨੂੰ ਅਸੀਂ ਸਵਾਲ ਕਰ ਸਕਦੇ ਹਾਂ, ਜਿਵੇਂ ਅਸੀਂ ਲੀਡਰਾਂ ਨੂੰ ਸਵਾਲ ਕਰਦੇ ਹਾਂ ਕਿ ਸਾਡਾ ਜਿਹੜਾ ਸਰਕਾਰੀ ਫੰਡ ਆ ਉਹ ਕਿੱਥੇ ਗਿਆ, ਉਸੇ ਤਰ੍ਹਾਂ ਸਾਡਾ ਜੇ ਪਬਲਿਕ ਫੰਡ ਕਿਸੇ ਨੇ ਵੀ ਯੂਜ਼ ਕੀਤਾ, ਕਿਸੇ ਵੀ ਪਰਪਸ ਲਈ ਯੂਜ਼ ਕੀਤਾ, ਉਹਦਾ ਹਿਸਾਬ ਕਿਤਾਬ ਤਾਂ ਜ਼ਰੂਰੀ ਆ। ਪਰ NGO ਵਾਲੇ ਇਹ ਕਹਿੰਦੇ ਪਏ ਨੇ ਵੀ ਅਸੀਂ ਹਿਸਾਬ ਕਿਤਾਬ ਦਈਏ ਕਿਉਂ? ਜਿਨ੍ਹਾਂ ਨੇ ਸਾਨੂੰ ਡੋਨੇਸ਼ਨ ਦਿੱਤੀ ਹੈ ਜਾਂ ਜਿਨ੍ਹਾਂ ਨੇ ਸਾਨੂੰ ਪੈਸੇ ਦਿੱਤੇ ਨੇ, ਅਸੀਂ ਉਹਨਾਂ ਨੂੰ ਹਿਸਾਬ ਦੇਵਾਂਗੇ, ਕੋਈ ਹੋਰ ਬੰਦਾ ਕਿਉਂ ਹਿਸਾਬ ਮੰਗੇ? ਫਿਰ ਇਹ ਜਾਇਜ਼ ਹੈ ਗੱਲ? ਇੱਦਾਂ ਹੋ ਜਾਏਗਾ ਨਾ। ਦੇਖੋ, ਜਿਵੇਂ ਮੈਂ ਕਿਸੇ ਨੂੰ ਡੋਨੇਟ ਕੀਤਾ, ਉਹਨੇ ਮੈਨੂੰ ਮੇਰਾ ਹਿਸਾਬ ਦੇਤਾ, ਮੇਰੇ ਹਿਸਾਬ 'ਚ ਹੋ ਸਕਦਾ ਕਿ ਉਹਨੇ ਜਿਹੜੇ ਬਾਕੀਆਂ ਤੋਂ 4 ਜਣੇ ਤੋਂ ਪੈਸੇ ਲਏ ਉਹਦਾ ਵੀ ਹਿਸਾਬ ਦੇ ਦੇਵੇ ਵੀ ਇੱਥੇ ਲੱਗਿਆ। ਮੈਂ ਕਹਿੰਦਾ ਹਾਂ ਠੀਕ ਆ, ਵੀ ਆ ਉਹੀ ਬਿੱਲ ਉਹ ਮੈਨੂੰ ਦਿਖਾ ਰਹੇ, ਉਹੀ ਬਿੱਲ ਕਿਸੇ ਹੋਰ ਨੂੰ ਦਿਖਾ ਦੇ। ਜਦ ਪੈਸੇ ਦੀ ਡਿਮਾਂਡ ਪਬਲਿਕ ਸਫੇਅਰ 'ਚ ਹੋਈ ਆ, ਜਦ ਪੈਸੇ ਦੀ ਡਿਮਾਂਡ ਦੁਨੀਆ ਦੇ ਸਾਹਮਣੇ ਹੋਈ ਆ, ਤੇ ਪਤਾ ਨਹੀਂ ਕੌਣ ਡੋਨਰ ਆ, ਤਾਂ ਉਸ ਚੀਜ਼ ਦਾ ਜਵਾਬ ਵੀ ਪਬਲਿਕ ਨੂੰ ਦੇਣਾ ਪਊਗਾ। ਡੋਨਰ ਆ ਤੇ ਜਿਹੜਾ ਡੋਨੀ ਆ, ਠੀਕ ਹੈ, ਸਾਨੂੰ ਨਹੀਂ ਪਤਾ ਕਿ ਇੱਕ ਡੋਨੀ ਇੱਕ ਦਿਖਾਤਾ। ਡੋਨੀ ਹੁੰਦਾ ਜਿਹੜਾ ਲੈਣ ਵਾਲਾ ਆ, ਠੀਕ ਆ, ਜਿਹਦੀ ਮਦਦ ਕੀਤੀ ਗਈ, ਇੱਕ ਇਨਸਾਨ ਦੀ ਮਦਦ ਕੀਤੀ ਗਈ, ਪਰ ਡੋਨਰ ਕਿੰਨੇ ਨੇ ਇਹ ਨਹੀਂ ਪਤਾ, ਠੀਕ ਆ। ਇਸ ਲਈ ਪਬਲਿਕ ਨੂੰ ਉਹਨਾਂ ਨੂੰ ਜਵਾਬ ਦੇਣਾ ਬਣਦਾ ਆ, ਚਾਹੇ ਉਹ ਫਿਰ ਕੋਈ ਵੀ ਹੋਵੇ, ਚਾਹੇ ਕਿਸੇ ਨੇ ਫੰਡ ਦਿੱਤਾ ਚਾਹੇ ਨਹੀਂ ਦਿੱਤਾ, ਕਿਉਂਕਿ ਉਹ ਜਿਵੇਂ RTI ਅਸੀਂ RTI ਕਿਉਂ ਪਾਉਂਦੇ ਆ, ਠੀਕ ਆ, ਕਿਉਂਕਿ ਰਾਈਟ ਟੂ ਇਨਫੋਰਮੇਸ਼ਨ ਆ। ਕੋਈ ਵੀ ਚੀਜ਼ ਜੋ ਪਬਲਿਕ ਸਫੇਅਰ 'ਚ ਹੁੰਦੀ ਆ, ਉਹ ਤੋਂ ਸਾਨੂੰ ਜਿਹੜੀ ਹੈਗੀ ਆ ਉਹਦੀ ਜਵਾਬ ਮਤਲਬ ਪਾਰਦਰਸ਼ਤਾ, ਟਰਾਂਸਪੇਰੈਂਸੀ, ਉਹਦੇ ਜੋ ਫੰਡ ਆ ਉਹ ਕਿੱਥੇ ਖਰਚੇ, ਉਹਦਾ ਆਡਿਟ, ਬੈਲੈਂਸ ਸ਼ੀਟ, ਸਾਰਾ ਕੁਝ ਜਾਣਨ ਦਾ ਸਾਡਾ ਹੱਕ ਆ। ਇਹ ਕਿਸੇ ਵੀ ਇਨਸਾਨ ਦਾ ਹੱਕ ਆ, ਕਿਉਂਕਿ ਪਬਲਿਕ ਫੰਡ ਆ। ਹੁਣ ਜਿਹੜੇ NGO ਚੱਲਦੇ ਪਏ ਨੇ, ਫਿਰ ਜਿਹੜੇ ਹਿਸਾਬ, ਕਈ ਕਹਿੰਦੇ ਨੇ ਵੀ ਸਾਡੇ ਕੋਲ ਇੱਕ ਦਾ ਹਿਸਾਬ ਕਿਤਾਬ 'ਤੇ ਲਿਖਿਆ, ਕਾਪੀ 'ਤੇ ਲਿਖਿਆ, ਤੁਸੀਂ ਸਾਡੇ ਕੋਲ ਹਿਸਾਬ ਲੈ ਲਓ, ਅਸੀਂ ਦੇਣ ਨੂੰ ਤਿਆਰ ਹਾਂ। ਉਹ ਜਿਹੜੇ ਸਵਾਲ ਕਰਦੇ ਨੇ ਵੀ ਸਾਨੂੰ ਪੂਰਾ ਹਿਸਾਬ ਨਹੀਂ ਮਿਲਿਆ, ਤੁਸੀਂ ਹਿਸਾਬ ਦਿਓ। ਲੜਾਈ ਇਸੇ ਚੀਜ਼ ਜਿੱਤੀ ਹੈ ਵੀ ਉਹ ਹਿਸਾਬ ਦੇ ਨਹੀਂ ਰਹੇ ਜਾਂ ਹਿਸਾਬ ਦੇਣਾ ਚਾਹੁੰਦੇ ਨੇ। ਹਿਸਾਬ ਲੈਣ ਵਾਲਾ ਕਹਿੰਦਾ ਵੀ ਮੈਨੂੰ ਇਸ ਤਰੀਕੇ ਨਾਲ ਹਿਸਾਬ ਚਾਹੀਦਾ, ਆਪਣੀ ਸਾਰੀ ਮਰਜ਼ੀ ਕਰਦੇ ਨੇ। ਫਿਰ NGO ਚਲਾ ਕੇ ਕਿ ਵਾਕਈ ਹੀ ਜਿਹੜੇ ਗਰੀਬ ਲੋਕਾਂ ਦੀ ਮਦਦ ਕਰਦੇ ਨੇ, ਕਦੋਂ ਅਮੀਰ ਬਣ ਜਾਂਦੇ ਨੇ ਪਤਾ ਵੀ ਨਹੀਂ ਲੱਗਦਾ। ਫਿਰ ਵਾਕਈ NGO ਵਿੱਚ ਫਰੋਡ ਹੁੰਦਾ ਕਿਤੇ ਨਾ ਕਿਤੇ, ਕਿ ਸਾਫ਼ ਸੁਥਰੇ NGO ਚੱਲਦੇ ਪਏ ਨੇ? ਦੇਖੋ, ਮੈਂ ਤਾਂ ਕਦੇ ਕੀਤੇ ਨਹੀਂ, ਮੈਨੂੰ ਕੀ ਪਤਾ, ਠੀਕ ਆ। ਪਰ ਅੱਜ ਕੱਲ ਲੋਕ ਬੋਲ ਦਿੰਦੇ ਆ, ਅੱਛਾ ਕੋਈ ਕੰਮ ਨਹੀਂ ਚੱਲਦਾ, ਚਲ NGO ਖੋਲ ਲੈਂਦੇ ਆ। ਇਹ ਲੋਕਾਂ ਦੀ ਪਰਸੈਪਸ਼ਨ ਬਣ ਗਈ ਹੈ। ਇਹ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ, ਸਾਰਿਆਂ ਨੂੰ ਪਤਾ। ਕੋਈ ਬੋਲ ਰਿਹਾ, ਕੋਈ ਨਹੀਂ ਬੋਲ ਰਿਹਾ, ਸਾਰਿਆਂ ਨੂੰ ਹੀ ਪਤਾ ਹੈ। ਲੋਕਾਂ ਨੇ ਸੋਚ ਲਿਆ ਕਿ ਆਪਾਂ ਇੱਕ NGO ਖੋਲਾਂ, ਕਿਉਂਕਿ ਮੈਨੂੰ ਵੀ ਅਕਸਰ ਹੁਣ ਤੋਂ ਨਹੀਂ ਸੁਣਦੀ ਆ ਰਹੀ, ਸਟੂਡੈਂਟਸ, ਜਦੋਂ ਮੈਂ ਸਟੂਡੈਂਟ ਲੀਡਰ ਸੀ ਉਸ ਸਮੇਂ ਤੋਂ ਸੁਣਦੀ ਆ ਰਹੀ ਹਾਂ। ਕਈ ਲੋਕਾਂ ਨੇ ਜੋ ਦੇਖਣਾ ਵੀ ਹਾਂ ਠੀਕ ਹੈ, ਬੜੀ ਬਲੰਟ ਹੋ ਕੇ ਬੋਲਦੀ ਆ, ਬੇਬਾਕ ਜਿਹਾ ਬੋਲਦੀ ਆ, ਠੀਕ ਆ, ਇਹ ਐਕਟਿਵ ਆ, ਤੇ ਮੈਨੂੰ ਕਹਿਣਾ ਚੱਲ ਆਪਾਂ NGO ਖੋਲ ਲੈਂਦੇ ਹਾਂ, ਠੀਕ ਆ, ਤੇ ਤੂੰ ਕੰਮ ਕਰੀ ਚੱਲੀ, ਵੀ ਆਪਾਂ ਕਮਾਈ ਕਰਾਂਗੇ। ਮਤਲਬ ਲੋਕਾਂ ਦੀ ਇਹ ਸੋਚ ਹੁੰਦੀ ਸੀ। ਉਹ ਗੱਲ ਅੱਡ ਆ ਕਿ ਆਪਾਂ ਉਹਨਾਂ ਦੀ ਕਦੇ ਨਾ ਤਾਂ ਸੋਚ ਨੂੰ ਮੰਨੇ, ਤੇ ਦੈਟ ਵਾਜ਼ ਦੀ ਰੀਜ਼ਨ ਮੈਂ ਕਦੇ ਵੀ ਆਪਦੀ ਫਾਈਟ ਫॉर ਰਾਈਟ ਨੂੰ ਮੈਂ ਰਜਿਸਟਰਡ ਨਹੀਂ ਕਰਾਇਆ। ਮੈਂ ਉਹਨੂੰ ਇੱਕ ਕੈਂਪੇਨ ਦੇ ਰੂਪ ਦਿੱਤਾ,
ਠੀਕ, ਮੈਂ ਉਹਦੇ ਲਈ ਕਦੇ ਕਿਸੇ ਤੋਂ ਫੰਡ ਨਹੀਂ ਲਿਆ। ਉਹ ਇਹੀ ਰੀਜ਼ਨ ਸੀਗੇ, ਕਿਉਂਕਿ ਮੈਨੂੰ ਮੈਨੂੰ ਪਤਾ ਹੈ ਇਸ ਚੀਜ਼ ਦਾ ਕਿ ਇਹਨਾਂ ਚੀਜ਼ਾਂ ਦੇ ਇਲਜ਼ਾਮ ਲੱਗਣੇ ਹੀ ਲੱਗਣੇ ਨੇ, ਕਿਉਂਕਿ ਚਾਹੇ ਕੋਈ ਸਹੀ ਕਰਦਾ ਆ। ਹੁਣ ਕੀ ਹੋ ਗਿਆ, ਹੁਣ ਕੁਛ ਕੁ ਲੋਕਾਂ ਦੀ ਗਲਤੀ ਕਰਕੇ ਇਹ ਵੀ ਹੋ ਸਕਦਾ ਕਿ ਉਹ ਜਿੰਨੇ ਪੈਸੇ ਆਏ ਹੋਣ ਸਾਰੇ ਲੋਕਾਂ ਦੀ ਸੇਵਾ 'ਚ ਹੀ ਲੱਗੇ ਹੋਣ, ਪਰ ਹਿਸਾਬ ਨਾ ਰੱਖਿਆ ਗਿਆ ਹੋਵੇ। ਬਹੁਤ ਸਾਰੇ ਸਵਾਲ ਨੇ ਨਾ, ਹੋ ਸਕਦਾ ਆ, ਹੋ ਸਕਦਾ ਕਿ ਬਹੁਤ ਸਾਰੇ ਪੈਸੇ ਆਏ ਹੋਣ ਤੇ ਲੋਕਾਂ ਤੇ ਥੋੜਾ ਜਿਹਾ ਲਾ ਕੇ ਬਾਕੀ ਖਾ ਲਏ ਗਏ ਹੋਣ। ਠੀਕ, ਸੋ ਇਹ ਬਹੁਤ ਸਾਰੇ ਸਵਾਲ ਨੇ। ਸੱਚ ਕਿਸੇ ਨੂੰ ਪਤਾ ਨਹੀਂ, ਸਿਰਫ ਰੌਲਾ ਪੈ ਰਿਹਾ, ਔਰ ਕੱਲਾ ਰੌਲਾ ਪੈ ਕੇ ਕਿਸੇ ਚੀਜ਼ ਦਾ ਹੱਲ ਨਹੀਂ ਨਿਕਲਦਾ। ਮੈਂ ਪਹਿਲਾਂ ਵੀ ਬੋਲੀ ਆ, ਮੈਂ ਹੁਣ ਵੀ ਬੋਲਦੀ ਆ, ਕਿਸੇ ਨੇ ਪੈਸੇ ਡੋਨੇਟ ਕੀਤੇ ਆ ਜਾਂ ਫਰਾਡ ਕੀਤਾ ਜਾਂ ਜਿਹੜੀ ਵੀ ਚੀਜ਼ ਦੇ ਪ੍ਰੂਫ ਆ ਜੀ, ਆਹ ਚੀਜ਼ਾਂ 4 ਚੀਜ਼ਾਂ ਲੈ ਕੇ ਕੰਪਲੇਂਟ ਪਾਓ, ਇਨਵੈਸਟੀਗੇਸ਼ਨ ਦੀ ਮੰਗ ਕਰੋ, ਹਾਈ ਕੋਰਟ 'ਚ PIL ਪਾਓ ਵੀ ਇੱਦਾਂ ਦਾ ਕਰਕੇ ਫੰਡਾਂ ਦਾ ਘਪਲਾ ਹੋ ਰਿਹਾ, ਇਹਦੇ ਤੇ ਡਾਇਰੈਕਸ਼ਨਸ ਇਸ਼ੂ ਕੀਤੀਆਂ ਜਾਣ। ਸੋ ਇਹਦੇ ਬਹੁਤ ਕੁਝ ਹੋ ਸਕਦਾ ਆ, ਪਰ ਸੋਸ਼ਲ ਮੀਡੀਆ ਤੇ ਜੇ ਆਪਾਂ ਰੌਲਾ ਪਾਈ ਜਾਵਾਂਗੇ ਉਹਦੇ ਨਾਲ ਪਤਾ ਕੀ ਹੋਊਗਾ, ਜੋ ਅਸਲ ਮੁੱਦੇ ਨੇ ਪੰਜਾਬ ਦੇ ਉਹ ਤੋਂ ਲੋਕ ਭੜਕਣਗੇ। ਸ਼ਰਾਬ ਦਾ ਇਸ਼ੂ ਹੋਇਆ, ਪਹਿਲਾਂ ਵੀ ਬੋਲਦੀ ਹੁੰਦੀ ਹਾਂ ਕਿ ਇਹੋ ਜਿਹੇ ਮੁੱਦਿਆਂ ਦੇ ਵਿੱਚ ਜਿਹੜੇ ਅਸਲੀ ਮੁੱਦੇ ਹੁੰਦੇ ਆ ਉਹ ਦੱਬ ਕੇ ਰਹਿ ਜਾਂਦੇ। ਸ਼ਰਾਬ ਦੇ ਮੁੱਦੇ ਤੇ ਕਿਸੇ ਦਾ ਧਿਆਨ ਨਹੀਂ ਗਿਆ, ਬਹੁਤ ਥੋੜੇ ਲੋਕਾਂ ਨੇ ਉਸ ਚੀਜ਼ ਦੀ ਗੱਲ ਕੀਤੀ, ਔਰ ਉਹਦੇ ਲਈ ਕਸੂਰਵਾਰ ਸਰਕਾਰਾਂ ਨਾਲੋਂ ਵੱਧ ਲੋਕ ਆ ਜਿਨ੍ਹਾਂ ਦੇ ਸਾਹਮਣੇ ਚੀਜ਼ਾਂ ਵਿਕਦੀਆਂ ਸੀ, ਲੋਕ ਬੋਲੇ ਨਹੀਂ। ਠੀਕ, ਫਿਰ ਆਹ ਹੁਣ ਰੱਖੜੀ ਵਾਲੇ ਦਿਨ ਮੋਹਾਲੀ ਦੇ ਵਿੱਚ ਇੱਕ ਛੋਟੀ ਬੱਚੀ ਦਾ ਉਹਦੇ ਮਤਲਬ ਕਜ਼ਨ ਵੱਲੋਂ, ਉਹਦੇ ਭੂਆ ਦੇ ਪਤਾ ਨਹੀਂ ਤਾਏ ਦੇ ਮੁੰਡੇ ਵੱਲੋਂ ਰੇਪ ਕੀਤਾ ਗਿਆ। ਨੋ ਨਿਊਜ਼, ਕਿਸੇ ਦੇ ਦਿਲ ਨੂੰ ਸੱਟ ਤੱਕ ਨਹੀਂ ਵੱਜੀ। ਮੈਨੂੰ ਅੱਜ ਕਾਲ ਆਈ ਆ ਕਿ ਇੱਕ ਪਿੰਡ ਦੇ ਵਿੱਚ ਗਰੀਬ ਸੀਗੀ, ਵਿਧਵਾ ਸੀਗੀ, ਉਹਦੀ ਬੇਟੀ ਆ 13-14 ਸਾਲ ਦੀ, ਨਾਲ ਦਾ ਗਵਾਂਢੀ 42 ਸਾਲਾਂ ਦਾ ਆ, ਡਰਾਹੇ ਦਾ ਕੇਸ ਆ। ਉਹ ਬੱਚੀ ਦੇ ਨਾਲ ਜ਼ਬਰਦਸਤੀ ਕਰਦਾ ਤੇ ਉਹਨੂੰ ਬਲੈਕਮੇਲ ਕਰਦਾ ਰਿਹਾ। ਠੀਕ ਆ, ਉਹ ਖਬਰ ਕਿਤੇ ਨਹੀਂ ਆਈ। ਉਹ ਤਰਨਤਾਰਨ ਦੇ ਵਿੱਚ, ਇਹ ਹੁਣ ਦੇ ਇਨਸੀਡੈਂਟ ਆ, ਤਰਨਤਾਰਨ ਦੇ ਵਿੱਚ ਇੱਕ ਛੋਟੀ ਬੱਚੀ ਨੂੰ 5 ਜਾਣਿਆਂ ਵੱਲੋਂ, ਪਿੰਡ ਦੇ ਹੀ ਬੰਦਿਆਂ ਵੱਲੋਂ ਜਬਰ ਜਨਾਹ ਲਈ ਚੱਕ ਲਿਆ ਗਿਆ। ਠੀਕ ਆ, ਚੱਕ ਕੇ ਮਾਰ ਦਿੱਤਾ ਗਿਆ, ਉਹਨਾਂ ਨੂੰ ਫੜਾਇਆ ਗਿਆ, ਉਹਨਾਂ ਨੂੰ ਪੁਲਿਸ ਨੇ ਛੱਡ ਦਿੱਤਾ ਗਿਆ। ਉੱਥੇ ਮਾਪੇ ਦੁਖੀ ਹੋਏ, ਰੌਲਾ ਪਾ ਰਹੇ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਚੀਜ਼ ਬਾਰੇ ਕਿਤੇ ਕੋਈ ਰੌਲਾ ਨਹੀਂ ਗਾ। ਸੋ ਆਏ ਦਿਨ ਪੰਜਾਬ ਦੇ ਵਿੱਚ ਇਹੋ ਜਿਹੀਆਂ ਵਾਰਦਾਤਾਂ ਹੁੰਦੀਆਂ ਨੇ ਜਿੱਥੇ ਇਨਸਾਨੀਅਤ ਆ ਜਿਹੜੀ ਸ਼ਰਮਸ਼ਾਰ ਹੋ ਜਾਂਦੀ ਆ, ਪਰ ਕਿਸੇ ਦਾ ਧਿਆਨ ਉੱਥੇ ਨਹੀਂ ਜਾਂਦਾ, ਸਾਰਿਆਂ ਦਾ ਧਿਆਨ ਇਸ ਪਾਸੇ ਆ। ਸੋਸ਼ਲ ਮੀਡੀਆ ਤੇ ਰੌਲਾ ਪਾ ਕੇ, ਮੈਂ ਅੱਜ ਵੀ ਬੋਲੂੰਗੀ, ਇਸ ਚੀਜ਼ ਦਾ ਕੁਛ ਨਹੀਂ ਮਿਲਣਾ। ਇਹ ਲੀਗਲ ਤਰੀਕੇ ਨੇ ਜਿਨ੍ਹਾਂ ਨਾਲ ਹੱਲ ਹੋ ਸਕਦਾ, ਐਦਾਂ ਕਿਸੇ ਚੀਜ਼ ਦਾ ਹੱਲ ਨਹੀਂ ਗਾ। ਬਵਾਲ ਮਚਿਆ ਹੋਇਆ ਹੈ। ਮੈਂ ਇੱਕ ਸਧਾਰਨ ਜਿਹਾ ਤੇ ਇੱਕ ਸਿੰਪਲ ਜਿਹਾ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਵਾਕਈ NGO ਦੇ ਵਿੱਚ ਫਰੋਡ ਹੁੰਦੇ ਨੇ? ਤੇ ਮੈਂ ਕੀ ਕਹਿ ਰਹੀ ਹਾਂ ਨਾ, ਹੁੰਦੇ ਹੀ ਹੋਣਗੇ ਜਿਹੜੇ ਲੋਕ ਕਹਿੰਦੇ ਨੇ। ਦੇਖੋ, ਮੈਂ ਤਾਂ NGO ਚਲਾਈ ਨਹੀਂ ਜਿਹੜਾ ਮੈਂ ਫਰੋਡ ਦੱਸਦਾ। ਕੋਈ ਵੀ ਆਰਗੇਨਾਈਜੇਸ਼ਨ ਆ, ਚਲਾਉਣ ਲਈ ਹਰ ਤਰ੍ਹਾਂ ਦੇ ਇਨਸਾਨ ਹੁੰਦੇ ਨੇ, ਕੁਛ ਚੰਗੇ ਵੀ ਹੋ ਸਕਦੇ, ਕੁਛ ਮਾੜੇ ਵੀ ਹੋ ਸਕਦੇ ਆ। ਸੋ ਜਦੋਂ ਕਿਸੇ ਚੀਜ਼ ਦਾ ਆਡਿਟ ਕਲੀਅਰ ਨਹੀਂ ਹੋਊਗਾ, ਟਰਾਂਸਪੇਰੈਂਸੀ ਨਹੀਂ ਹੋਊਗੀ, ਤਾਂ ਦੇयर ਆਰ ਚਾਂਸਸ ਕਿ ਉੱਥੇ ਫਰੋਡ ਹੋਊਗਾ। ਪੰਜਾਬੀਆਂ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਜਦੋਂ ਵੀ ਕੋਈ ਇੱਕ ਬੰਦਾ ਸਹੀ ਕੰਮ ਕਰਦਾ ਹੈ, ਚਾਹੇ ਆਪਾਂ ਹੁਣ ਚਰਚਾ ਵੀ ਸੁਣਦੇ ਆ ਰਹੇ ਹਾਂ, ਉਹ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਉਸ ਨੂੰ ਚੱਕ ਦਿੱਤਾ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ। ਫਿਰ ਸਵਾਲ ਵੀ ਖੜੇ ਕਰ ਦਿੰਦੇ ਨੇ, ਆਪ ਹੀ ਉਸ ਨੂੰ ਪਹਿਲਾਂ ਚੱਕ ਦਿੰਦੇ ਨੇ, ਆਪ ਹੀ ਉਸ ਨੂੰ ਪਹਿਲਾਂ ਹੀਰੋ ਬਣਾ ਦਿੰਦੇ ਨੇ, ਫਿਰ ਸੋਸ਼ਲ ਮੀਡੀਆ ਦੇ ਉੱਤੇ ਆਪ ਹੀ ਜਾ ਕੇ ਸਵਾਲ ਕਰਦੇ ਨੇ ਕਿ ਆਹ ਬੰਦੇ ਨੇ ਜਾ ਕੇ ਉੱਥੇ ਹਿਸਾਬ ਨਹੀਂ ਦਿੱਤਾ, ਜਾਂ ਆਹ ਬੰਦਾ ਆਹ ਫਰੋਡ ਕਰਦਾ। ਫਿਰ ਤੁਹਾਨੂੰ ਕੀ ਲੱਗਦਾ ਕਿ ਅਸੀਂ ਵਾਕਈ ਸੋਸ਼ਲ ਮੀਡੀਆ ਦੀ ਸਾਡੀ ਮਾਨਸਿਕਤਾ ਬਣ ਕੇ ਰਹਿ ਗਈ ਹੈ, ਅਸੀਂ ਅਸਲੀ ਮੁੱਦਿਆਂ ਨੂੰ ਪਤਾ ਹੀ ਨਹੀਂਗਾ? ਠੀਕ ਹੈ, NGO ਨੂੰ ਜੇ ਤੁਸੀਂ ਵੀ ਜਿਵੇਂ ਗੱਲ ਕਹੀ ਕਿ ਹਿਸਾਬ ਦੇਣਾ ਪੈਂਦਾ, ਦੇਣਾ ਚਾਹੀਦਾ, ਇਹ ਲੀਗਲ ਰਾਈਟ ਹੈ, ਫਿਰ ਤੁਹਾਨੂੰ ਲੱਗਦਾ ਕਿ ਬਾਕੀ ਮੁੱਦੇ ਹਟਾ ਦਿੱਤੇ ਜਾਂਦੇ ਨੇ? ਫਰਜ਼ ਆ ਇਹ ਰਾਈਟ ਨਹੀਂਗਾ, ਇਹ ਫਰਜ਼ ਆ ਲੋਕਾਂ ਦਾ। ਇਹ ਹਰ NGO ਦਾ ਫਰਜ਼ ਬਣਦਾ ਕਿ ਉਹ ਆਪਦਾ ਆਡਿਟ ਕਲੀਅਰ ਕਰੂਗੀ, ਉਹਨੂੰ ਦੇਣਾ ਪਊਗਾ ਹਿਸਾਬ। ਤੁਸੀਂ ਆਰਗੇਨਾਈਜੇਸ਼ਨ ਦੀ ਗੱਲ ਕੀਤੀ ਹੈ, NGO ਦੀ ਗੱਲ ਨਹੀਂ ਕਰਦੀ ਹੈਗੀ। ਘਪਲਾ ਕਿੱਥੇ ਨਹੀਂ, SGPC ਘਪਲਾ ਕਰਦੀ ਆ, SGPC ਵਾਲੇ ਨਹੀਂ ਕਰਦੇ। ਠੀਕ ਆ, SGPC ਘਪਲਾ ਕਰਦੀ ਆ, ਸਰਕਾਰਾਂ ਘਪਲਾ ਕਰਦੀਆਂ ਨੇ, ਵੱਡੀਆਂ ਬਣੀਆਂ ਹੋਈਆਂ ਹੋਰ ਜਿਹੜੀਆਂ ਸੋਸ਼ਲ ਮੀਡੀਆ ਤੇ ਕਿਤੇ ਨਹੀਂ ਹੈਗੀਆਂ, ਉਹ ਸੰਸਥਾਵਾਂ ਘਪਲਾ ਕਰਦੀਆਂ ਨੇ। ਇਹ ਉਹ ਸਕੈਮ ਆ, ਕਿਤੇ ਨਾ ਕਿਤੇ ਸਾਡੀ ਮਤਲਬ ਨਿੱਕੇ ਲੈਵਲ ਤੇ ਪੰਚਾਇਤਾਂ ਘਪਲੇ ਕਰਦੀਆਂ ਨੇ, ਸਾਰੇ ਘਪਲੇ ਕਰਦੇ ਨੇ। ਪਰ ਗੱਲ ਆ ਕਿ ਉਸ ਚੀਜ਼ ਦੇ ਉੱਤੇ ਮੁੱਦਾ ਚੰਗਾ ਆ ਕਿ ਲੋਕਾਂ ਨੇ ਆਵਾਜ਼ ਚੱਕਣੀ ਚਾਹੀਦੀ ਹੈ, ਪਰ ਉਹਨਾਂ ਦੀ ਡਾਇਰੈਕਸ਼ਨ ਆ ਜਿਹੜੀ ਗਲਤ ਹੈ। ਇੱਕ ਦੂਜੇ ਨੂੰ ਗਾਲਾਂ ਕੱਢ ਕੇ, ਐਲੀਗੇਸ਼ਨ ਲਾ ਕੇ, ਗੱਲਾਂ ਕਰਕੇ ਸਿਰਫ ਲੋਕਾਂ ਨੂੰ ਸਵਾਦ ਦਿੱਤਾ ਜਾ ਰਿਹਾ, ਉਸ ਚੀਜ਼ ਦਾ ਹੱਲ ਨਹੀਂ ਨਿਕਲ ਰਿਹਾ। ਇਸ ਚੀਜ਼ ਦੇ ਨਾਲ ਇੱਕ ਚੰਗੀ ਚੀਜ਼ ਆ ਜਿਹੜੀ ਸਮਾਜ ਸੇਵਾ ਕਰਨੀ, ਬਹੁਤ ਮਤਲਬ ਕਹਿੰਦੇ ਵੀ ਚੰਗੀ ਚੀਜ਼ ਆ ਨਾ, ਵੀ ਕਿਸੇ ਦੀ ਮਦਦ ਹੋ ਜਾਂਦੀ ਆ। ਇਸ ਚੀਜ਼ ਦੇ ਨਾਲ ਉਹ ਜਿਹੜੀ ਚੰਗੀ ਚੀਜ਼ ਆ ਨਾ, ਲੋਕਾਂ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਵੀ ਹੈਗਾ ਵੀ ਅਸੀਂ ਕੰਮ ਕਰਨਾ ਹੈ ਨਾ, ਉਹਨਾਂ ਦੇ ਮਨ 'ਚ ਵੀ ਡਰ ਵੀ ਪਤਾ ਨਹੀਂ ਕੀ ਹੋ ਜਾਊਗਾ। ਦੂਜੀ ਸਾਡੇ ਲੋਕਾਂ ਦੀ ਪ੍ਰੋਬਲਮ ਆ ਜਿਹੜੀ ਸੋਸ਼ਲ ਮੀਡੀਆ ਤੇ ਸ਼ਖਸੀ ਪੂਜਾ ਕਰਦੇ ਆ ਜ਼ਿਆਦਾ।
ਇਹ ਸ਼ਖਸੀਅਤ ਦੀ ਪੂਜਾ ਕਰਦੇ ਆ। ਹੁਣ ਇੱਥੇ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਨੇ ਜਿਹੜੀਆਂ ਈਅਰਸ ਤੋਂ ਚੱਲ ਰਹੀਆਂ ਨੇ, ਠੀਕ ਹੈ। ਮੈਂ 26 ਸਾਲ ਦਾ ਰਿਕਾਰਡ ਦੱਸਦੀ ਹਾਂ। ਜੋਤੀ ਸਰੂਪ ਕੰਨਿਆ ਆਸਰਾ ਖਰੜ, ਡਾਕਟਰ ਹਰਿੰਦਰ ਸਿੰਘ, ਕਿੰਨੇ ਕਰਨੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖਿਆ ਹੋਊਗਾ। ਜਿਸ ਇਨਸਾਨ ਨੇ ਆਪਦੀ ਵੀ ਜ਼ਿੰਦਗੀ ਉਹਨਾਂ ਬੱਚੀਆਂ ਦੇ ਨਾਂ ਦੇ ਉੱਤੇ ਲਾਤੀ ਹੈ, 126 ਬੱਚੀਆਂ ਨੇ ਜਿਹਦੇ ਨਾਲ ਮੈਂ ਵੀ ਐਸੋਸੀਏਟਡ ਆ, ਮੈਂ ਜੁੜੀ ਹੋਈ ਹਾਂ, ਠੀਕ ਆ। ਮੈਂ ਉਹਨਾਂ ਦੀ ਇੱਕ ਡੋਨਰ ਆ, ਠੀਕ। ਉਹਨਾਂ ਨੇ ਲਗਾਤੀ ਕਿ ਉਹਨਾਂ ਦੇ ਬਾਰੇ ਸੋਸ਼ਲ ਮੀਡੀਆ ਤੇ ਕੁਝ ਹੈਗਾ ਆ, ਨਹੀਂ। ਮੈਡਮ ਸਿੱਧੂ ਹੈਗੇ ਆ, ਉਹ ਜਿਹੜੀਆਂ ਲੇਡੀਜ਼ ਆ ਸੜਕ ਤੇ ਰੁਲਦੀਆਂ ਫਿਰਦੀਆਂ ਨੇ, ਉਹਨਾਂ ਨੇ ਸ਼ੁਭਕਰਮਨ ਸੁਸਾਇਟੀ ਬਣਾਈ ਹੋਈ ਆ। ਮੈਨੂੰ ਵੀ ਜਦੋਂ ਪਟਿਆਲੇ ਦੇ ਵਿੱਚ ਇੱਕ ਬੀਬੀ ਮਿਲੇ ਸੀਗੇ ਤੇ ਮੈਂ ਬਹੁਤ ਸਾਰਿਆਂ ਨੂੰ ਕੰਟੈਕਟ ਕੀਤਾ, ਕਿਸੇ ਨੇ ਮਦਦ ਨਹੀਂ ਕੀਤੀ ਤਾਂ ਉਹ ਬੀਬੀ ਨੂੰ ਉੱਥੋਂ ਹਸਪੀਟਲ 'ਚ ਮੈਂ ਉੱਥੇ ਪਹੁੰਚਦੀ ਕੀਤਾ, ਉਹਨਾਂ ਨੇ ਆਪ ਫੋਨ ਕਰਕੇ ਕਿਹਾ। ਸੋ ਇਹੋ ਜਿਹੇ ਲੋਕ ਵੀ ਹੈਗੇ ਆ ਜਿਹੜੇ ਸੋਸ਼ਲ ਮੀਡੀਆ ਤੇ ਨਹੀਂ ਹੈਗੇ ਬਟ ਉਹ ਹੈਗੇ ਨੇ। ਸੋ ਅੱਜ ਕੱਲ੍ਹ ਦੀ ਜਿਹੜੀ ਸਮਾਜ ਸੇਵਾ ਆ, ਮਤਲਬ ਅਖੌਤੀ ਸਮਾਜ ਸੇਵਾ ਆ, ਉਹ ਕਿਹੜੀ ਬਣ ਗਈ ਆ, ਸੋਸ਼ਲ ਮੀਡੀਆ ਸੋਸ਼ਲ ਵਰਕ। ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਵਰਕ ਬਣ ਗਿਆ, ਇਹ ਸੋਸ਼ਲ ਵਰਕ ਨਹੀਂ ਹੈਗਾ, ਇਹ ਸੋਸ਼ਲ ਮੀਡੀਆ ਵਰਕ ਆ ਜੋ ਰੋਂਗ ਆ। ਅਸੀਂ ਦੇਖਦੇ ਹਾਂ ਵੀ ਹੁਣ ਤੁਸੀਂ ਵੀ ਦੇਖਦੇ ਹੋਵੋਗੇ ਸੋਸ਼ਲ ਮੀਡੀਆ ਦੇ ਨਾਲ, ਤੁਸੀਂ ਵੀ ਐਕਟਿਵ ਹੈਗੇ, ਜੁੜੇ ਹੋਏ ਹੋ। ਮਰਿਆਦਾ ਭੁੱਲ ਗਏ ਨੇ, ਭਾਸ਼ਾ ਦੀ ਮਰਿਆਦਾ ਭੁੱਲ ਗਏ ਨੇ, ਇੱਕ ਦੂਸਰੇ ਨੂੰ ਗਾਲਾਂ ਕੱਢ ਰਹੇ ਨੇ ਵੀ ਤੂੰ ਹਿਸਾਬ ਦੇ, ਉਹ ਕਹਿੰਦਾ ਮੈਂ ਹਿਸਾਬ ਦੇਣਾ ਨਹੀਂ, ਮੇਰੇ ਕੋਲ ਹਿਸਾਬ ਲੈ ਲੈ। ਇਹ ਗਾਲਾਂ ਤੱਕ ਗੱਲ ਪਹੁੰਚ ਗਈ ਹੈ ਕਿ ਵਾਕਈ NGO ਨੂੰ ਚਲਾਉਣ ਵਾਸਤੇ ਸੋਸ਼ਲ ਮੀਡੀਆ ਤੇ ਜਾਣਾ ਜ਼ਰੂਰੀ ਹੈ। ਠੀਕ ਹੈ, ਨਿੱਜੀ ਉਹਦੀ ਹੋ ਸਕਦੀ ਲਾਈਫ ਨਿੱਜੀ ਹੈ, ਜਾ ਵੀ ਸਕਦੇ ਨੇ, ਪਰ ਇਹ ਭਾਸ਼ਾ ਕਿਉਂ ਬਦਲ ਗਈ ਹੈ? ਸੋਸ਼ਲ ਮੀਡੀਆ ਦੇ ਉੱਤੇ ਜਾਣਾ ਹਰੇਕ ਦਾ ਹੱਕ ਆ, ਉਹ ਸੋਸ਼ਲ ਪਲੇਟਫਾਰਮ ਆ, ਕੋਈ ਵੀ ਜਾ ਸਕਦਾ ਆ, ਹਰੇਕ ਦਾ ਫੰਡਾਮੈਂਟਲ ਰਾਈਟ ਆ, ਕੋਈ ਰੋਕ। ਭਾਸ਼ਾ ਦੀ ਮਰਿਆਦਾ ਹੋਣੀ ਚਾਹੀਦੀ ਹੈ। ਭਾਸ਼ਾ ਦੀ ਮਰਿਆਦਾ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਜਦੋਂ ਮੈਂ ਕਿਸੇ ਮੁੱਦੇ ਦੇ ਉੱਤੇ ਖੁੱਲ ਕੇ ਬੋਲਦੀ ਹਾਂ ਤਾਂ ਮੈਨੂੰ ਗਸ਼ਤੀ ਤੱਕ ਦੇ ਸ਼ਬਦ ਵਰਤੇ ਜਾਂਦੇ ਆ ਮੇਰੇ ਲਈ ਕਿ ਮੈਂ ਡਿਜ਼ਰਵ ਕਰਦੀ ਹਾਂ ਉਹ ਚੀਜ਼ਾਂ। ਜਾਂ ਜਦੋਂ ਮੇਰੇ ਮਾਪੇ ਜਾਂ ਮੇਰੇ ਚੋਂ ਕੋਈ ਵੀ ਖਾਨਦਾਨ ਚੋਂ ਕੋਈ ਇਹ ਚੀਜ਼ਾਂ ਸੁਣਦਾ ਹੋਊਗਾ ਕਿ ਉਹ ਇਹ ਚੀਜ਼ਾਂ ਡਿਜ਼ਰਵ ਕਰਦੇ ਨੇ ਸੁਣਨਾ। ਇਹ ਲੋਕਾਂ ਦੀ ਮਾਨਸਿਕਤਾ ਆ, ਇਹ ਲੋਕ ਉਹ ਗਲਤ ਨੇ ਜਿਹੜੇ ਇਹੋ ਜਿਹੇ ਸ਼ਬਦ ਵਰਤਦੇ ਨੇ। ਉਹਨਾਂ ਲੋਕਾਂ ਦੇ ਕਰਕੇ ਅਸੀਂ ਜਿਹੜੇ ਸੋਸ਼ਲ ਮੀਡੀਆ ਦੇ ਥਰੂ ਚੰਗਾ ਕੰਮ ਕਰਦੇ ਉਹਨਾਂ ਨੂੰ ਗਲਤ ਨਹੀਂ ਬੋਲ ਸਕਦੇ। ਇੱਥੇ ਉਹ ਲੋਕ ਗਲਤ ਆ ਜਿਹੜੇ ਗਲਤ ਆਪਦੀ ਸ਼ਬਦਾਵਲੀ ਵਰਤਦੇ ਨੇ, ਚਾਹੇ ਉਹ ਕੋਈ ਵੀ ਆ। ਉਸ ਇਨਸਾਨ ਦਾ ਇਹ ਚੀਜ਼ਾਂ ਨਾ, ਚਾਹੇ ਉਹ ਇਨਸਾਨ ਕੋਈ ਵੀ ਆ, ਇਹ ਇਨਸਾਨ ਦਾ ਕਿਰਦਾਰ ਦਿਖਾਉਂਦਾ ਆ ਕਿ ਉਹਦੀ ਜਿਹੜੀ ਭਾਸ਼ਾ ਹੈ ਉਹਦਾ ਕਿਰਦਾਰ ਦਿਖਾਉਂਦਾ ਕਿ ਉਹਦਾ ਕਿਰਦਾਰ ਕੀ ਹੈਗਾ ਆ। ਕਿਉਂਕਿ ਸਾਡੀ ਭਾਸ਼ਾ ਹੀ ਸਾਡੇ ਬਾਰੇ ਦੱਸ ਦਿੰਦੀ। ਕਹਿੰਦੇ ਆ ਕਿ ਕਿਸੇ ਇਨਸਾਨ ਨੂੰ ਰੌਲਾ ਪਾ ਕੇ ਦੱਸਣਾ ਨਹੀਂ ਪੈਂਦਾ ਉਹ ਕੌਣ ਆ, ਉਹਦੇ ਲੱਛਣ ਦੱਸ ਦਿੰਦੇ ਆ, ਤੇ ਬੰਦੇ ਦੇ ਲੱਛਣ ਕਾਫੀ ਹੁੰਦੇ ਆ ਉਹਦਾ ਕਰੈਕਟਰ ਅਸੈਸੀਨੇਸ਼ਨ ਕਰਨ ਲਈ। ਆਪਾਂ 2 ਮਿੰਟ ਮੰਨ ਲਈਏ ਪੂਰੇ ਪੰਜਾਬ ਦੇ ਵਿੱਚ NGO ਖਤਮ ਹੋ ਗਿਆ, ਬੰਦ ਹੋ ਗਿਆ, ਆਪਾਂ 2 ਮਿੰਟ ਮੰਨ ਲਈਏ ਕੋਈ NGO ਨਹੀਂ ਚੱਲਦੀ ਪਈ। ਜਿਹੜੇ ਗਰੀਬ ਲੋਕ NGO ਦੇ ਸਹਾਰੇ ਬੈਠੇ ਨੇ, ਜਿਹੜੇ ਗਰੀਬ ਲੋਕਾਂ ਨੂੰ ਰਾਸ਼ਨ ਮਿਲਦਾ, ਜਿਹੜੇ ਗਰੀਬ ਲੋਕਾਂ ਦਾ ਘਰ ਵੀ ਚੱਲਦਾ NGO ਤੱਕ ਵੀ ਉਹਨਾਂ ਨੂੰ ਰਾਸ਼ਨ ਦੇ ਕੇ ਆਉਂਦੇ ਨੇ, ਫਿਰ ਉਹ ਗਰੀਬ ਕਿੱਥੇ ਜਾਣਗੇ? ਸਵਾਲ ਕਰਨੇ ਸੌਖੇ ਨੇ ਵੀ ਸਵਾਲ ਕਰਤਾ NGO ਹਿਸਾਬ ਦੇਵੇ, ਇਹ ਨਹੀਂ ਕਹਿੰਦੇ ਵੀ NGO ਹਿਸਾਬ ਨਾ ਦੇਵੇ, ਹਿਸਾਬ ਦੇਣਾ ਚਾਹੀਦਾ। ਪਰ ਜਿਹੜੇ ਸਵਾਲ ਕਰ ਰਿਹਾ, ਤੁਹਾਨੂੰ ਨਹੀਂ ਲੱਗਦਾ ਵੀ ਸੋਸ਼ਲ ਮੀਡੀਆ ਦੇ ਬਜਾਏ ਡਾਇਰੈਕਟ ਬੰਦੇ ਨੂੰ ਕਰਨਾ ਚਾਹੀਦਾ ਵੀ ਤੂੰ ਹਿਸਾਬ ਦੇ ਦੇ ਇੰਨੇ ਪੈਸਿਆਂ ਦਾ? ਫਿਰ ਜੇ NGO ਬੰਦ ਹੋ ਗਏ, ਗਰੀਬ ਲੋਕ ਕਿੱਥੇ ਜਾਣਗੇ ਜਿਹੜੇ NGO ਤੇ ਡਿਪੈਂਡ ਨੇ? ਇੱਕ ਮਿੰਟ, ਇਮੇਜ ਕਿੱਥੋਂ ਬਣੀ ਆ? ਸ਼ਖਸੀ ਪੂਜਾ ਜਾਂ ਇੱਕ ਇਮੇਜ ਕਿੱਥੋਂ ਬਣੀ? ਸੋਸ਼ਲ ਮੀਡੀਆ ਤੋਂ ਬਣੀ ਨਾ। ਫੰਡ ਕਿੱਥੋਂ ਇਕੱਠਾ ਹੋ ਰਿਹਾ? ਸੋਸ਼ਲ ਮੀਡੀਆ ਦੇ ਥਰੂ ਹੋ ਰਿਹਾ। ਜਵਾਬ ਵੀ ਉੱਥੇ ਦੇਣੇ ਪੈਣਗੇ। ਤਾਂ ਜਿਹੜਾ ਪਲੇਟਫਾਰਮ ਹੈਗਾ ਉੱਥੇ ਹੀ ਜਵਾਬ। ਹੁਣ ਤੁਸੀਂ ਜਿਹੜੀ ਗੱਲ ਕੀਤੀ ਆ ਕਿ ਪਰਸਨਲ ਜਵਾਬ ਵੀ ਦਿੱਤੇ ਜਾ ਸਕਦੇ ਡੋਨਰ ਨੂੰ, ਮੈਂ ਉਹੀ ਗੱਲ ਕਹੀ ਆ ਕਿ ਖਰਚਾ ਇੱਕ ਆ, ਡੋਨਰ ਅੱਡ ਅੱਡ ਨੇ। ਇੱਕੋ ਖਰਚਾ ਅੱਡ ਅੱਡ ਡੋਨਰ ਨੂੰ ਦਿਖਾਤਾ, ਉਸ ਤੇ ਕਾਹਦੀ ਟਰਾਂਸਪੇਰੈਂਸੀ ਮੀਨਸ ਸਾਰੀ ਚੀਜ਼ਾਂ ਦੀ ਕਲੀਅਰ ਕੱਟ ਪਿਕਚਰ ਕਿ ਇੱਥੇ ਆਹ ਚੀਜ਼ ਸੀਗੀ, ਇੱਥੇ ਇੰਨਾ ਖਰਚਾ ਹੋਇਆ, ਇੰਨੇ ਪੈਸੇ ਹੋਇਆ, ਇਸ ਬੰਦੇ ਵੱਲੋਂ ਆ ਰਿਹਾ। ਆ ਲਓ ਓਕੇ। ਅਸੀਂ ਵੀ ਕੀਤਾ ਸੀਗਾ ਇੱਕ ਵਾਰ ਪਿਛਲੇ ਸਾਲ ਕੰਨਿਆ ਆਸਰਾ ਦੇ ਵਿੱਚ ਨਾ ਕੂਲਰ ਇੰਸਟਾਲ ਕਰਨੇ ਸੀਗੇ ਤੇ ਅਸੀਂ ਵੀ ਸਾਡੇ ਆਪਣੇ ਸਰਕਲ 'ਚੋਂ ਘੱਟ ਗਏ ਕਿਉਂਕਿ 90,000 ਦਾ ਖਰਚਾ ਆਉਣਾ ਸੀਗਾ। ਮੈਂ ਪੋਸਟ ਪਾਈ ਕਿ ਉੱਥੇ ਕੂਲਰ ਦੇਣੇ ਆ, ਜੇ ਕਿਸੇ ਨੇ ਡੋਨੇਟ ਕਰਨਾ ਦੱਸ ਦਿਓ। ਆਪਦੀ ਚਲੋ ਸਰਕਲ ਦੇ ਲੋਕ ਸੀ, ਮੈਂ ਆਪਦੀ ID ਤੇ ਪਾਏ। ਜਿਨੇ ਪੈਸੇ ਭੇਜੇ ਉਹਦੀ ਰਿਸਿਪਟ ਪਲੱਸ ਉਹਦੇ ਪੈਸੇ ਸਾਰਾ ਕੁਝ ਮੈਂ ਮੈਂਸ਼ਨ ਕੀਤਾ, ਮੇਰੇ ਰਿਕਾਰਡ 'ਚੋਂ ਨਿਕਲ ਜੂਗਾ ਵੀ ਇਹਨੇ ਇੰਨੇ ਪੈਸੇ ਦਿੱਤੇ ਇਨਕਲੂਡਿੰਗ ਬਿੱਲ। 30-35,000 ਰੁਪਇਆ ਆਇਆ ਸੀਗਾ ਇਨਕਲੂਡਿੰਗ ਬਿੱਲ। ਮੈਂ ਸਾਰਾ ਕੁਝ ਉੱਤੇ ਪੋਸਟ ਕਰਤਾ। ਇਹ ਤਰੀਕਾ ਹੁੰਦਾ। ਜੇ ਪੈਸੇ ਸੋਸ਼ਲ ਮੀਡੀਆ ਦੇ ਥਰੂ ਆਏ ਤਾਂ ਪੋਸਟ ਕਰੋ ਨਾ, ਉਹ ਰਿਕਾਰਡ ਤਾਂ ਦੇਣਾ ਪੈਣਾ ਆ। ਮੈਂ ਉਹੀ ਗੱਲ ਕਹਿ ਰਹੀ ਹਾਂ, ਠੀਕ ਆ। ਤੇ ਦੂਜੀ ਗੱਲ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਲੋਕ NGO ਦੇ ਸਹਾਰੇ ਨੇ, ਪਹਿਲੀ ਗੱਲ ਪੰਜਾਬ ਦੇ ਵਿੱਚ ਆਟਾ ਦਾਲ ਇਹ ਉਹ ਬਹੁਤ ਸਸਤੇ ਮਿਲਦੇ ਨੇ। 2 ਰੁਪਏ ਉਹ ਹਿਸਾਬ ਕਿਤਾਬ ਹੈਗਾ ਗਰੀਬਾਂ ਵਾਲਾ, ਠੀਕ ਆ। ਦੂਜੀ ਗੱਲ, ਇੰਡੀਆ ਦੇ ਵਿੱਚ ਲੋਕਾਂ ਨੂੰ ਨਾ ਭੁੱਖਿਆਂ ਨੂੰ ਰਾਸ਼ਨ ਦੀ ਲੋੜ ਨਹੀਂ ਗੀ। ਸਾਡੇ ਲੋਕਾਂ ਦੀ ਜੇ ਅਪਲਿਫਟਮੈਂਟ ਕਰਨੀ, ਸਾਨੂੰ ਐਜੂਕੇਸ਼ਨ ਦੀ ਲੋੜ ਆ, ਅਵੇਅਰਨੈਸ ਦੀ ਲੋੜ ਆ। ਲੋਕਾਂ ਦੇ ਵਿੱਚ ਖੂਨ ਪੈਦਾ ਕਰਨ ਦੀ ਲੋੜ ਆ ਤਾਂ ਕਿ ਲੋਕ ਆਪਦੇ ਲੀਡਰਾਂ ਨੂੰ ਸਵਾਲ ਕਰ ਸਕਣ।
ਲੋਕਾਂ ਨੂੰ ਰੋਟੀ ਕੱਪੜਾ ਜਾਂ ਉਹਦੀਆਂ ਸਹੂਲਤਾਂ ਦੇਣੀਆਂ ਕਿਸੇ ਐਨਜੀਓ ਦੀ ਜ਼ਿੰਮੇਵਾਰੀ ਨਹੀਂ ਹੈਗੀ, ਇਹ ਸਰਕਾਰਾਂ ਦੀ ਜ਼ਿੰਮੇਵਾਰੀ ਆ। ਤੇ ਸਰਕਾਰਾਂ ਨੂੰ ਸਵਾਲ ਕਰਨਾ ਬਣਦਾ ਹੈ ਕਿ ਸਰਕਾਰਾਂ ਇਹ ਕੰਮ ਕਰਨ। ਜੇ ਸਰਕਾਰਾਂ ਨਹੀਂ ਕੰਮ ਕਰ ਰਹੀਆਂ ਤਾਂ ਐਨਜੀਓ ਬਣੀਆਂ ਨੇ, ਠੀਕ ਹੈ। ਉਹ ਐਨਜੀਓ ਨॉन ਬੇਸਿਕਲੀ ਦੇਖੋ ਨਾ, ਨਾਮ ਤੋਂ ਹੀ ਪਤਾ ਲੱਗਦਾ ਨॉन ਗਵਰਨਮੈਂਟ ਆਰਗੇਨਾਈਜੇਸ਼ਨ। ਉਹ ਨॉन ਗਵਰਨਮੈਂਟ ਆਰਗੇਨਾਈਜੇਸ਼ਨ ਜਿਹਨੇ ਗਵਰਨਮੈਂਟ ਦੇ ਕੰਮ ਕਰਨੇ ਨੇ, ਉਹ ਆਪਦੇ ਲੈਵਲ ਤੇ ਕੁਝ ਲੋਕ ਵਲੰਟੀਅਰ ਹੋ ਕੇ ਕੰਮ ਕਰਦੇ ਨੇ। ਪਰ ਗੱਲ ਉਹੀ ਗੱਲ ਆ ਗਈ ਆ ਨਾ ਵੀ ਉਹਦੇ ਵੀ ਰੂਲ ਰੈਗੂਲੇਸ਼ਨ ਹੁੰਦੇ ਆ। ਜਿਵੇਂ ਸਰਕਾਰ ਨੂੰ ਚਲਾਉਣ ਦੇ ਰੂਲ ਰੈਗੂਲੇਸ਼ਨ ਆ, ਐਨਜੀਓ ਨੂੰ ਚਲਾਉਣ ਦੇ ਰੂਲ ਰੈਗੂਲੇਸ਼ਨ ਆ। ਰੂਲ ਰੈਗੂਲੇਸ਼ਨ ਫੋਲੋ ਕਰੋ, ਐਨਜੀਓ ਚੱਲਣੀਆਂ ਥੋੜੀ ਬੰਦ ਕਰ ਦੇਣਗੀਆਂ। ਮੇਰੇ ਤੇ ਇੰਨਾ ਕੁਛ ਹੋਇਆ, ਮੈਂ ਆਪਣਾ ਕੰਮ ਥੋੜੀ ਨਾ ਬੰਦ ਕਰਤਾ। ਮੈਂ ਸਿਰਫ ਆਪਣੇ ਕੰਮ ਤੇ ਲਿਮਟ ਲਗਾਤੀ ਕਿ ਯੈਸ ਇਹ ਮੇਰਾ ਏਰੀਆ ਆ। ਅੱਗੇ ਜਿਵੇਂ ਮੈਂ ਦੇਖਦੀ ਸੀ ਕਿ ਆਪਦਾ ਜੇ ਪੂਰਾ ਦਿਨ ਹੈ ਨਾ, ਮੈਂ ਪੂਰਾ ਦਿਨ ਫ੍ਰੀ ਲੀਗਲ ਏਡ ਨੂੰ ਦੇ ਦਿੰਦੀ ਸੀ। ਕੋਈ ਵੀ ਆ ਗਿਆ ਚਲੋ ਜੀ ਲੀਗਲ ਏਡ, ਚਾਹੇ ਕੋਈ ਪੇ ਕਰ ਸਕਦਾ ਚਾਹੇ ਨਹੀਂ ਕਰ ਸਕਦਾ। ਪਰ ਮੈਨੂੰ ਮੇਰੇ ਹਾਲਾਤਾਂ ਨੇ ਸਮਝਾਤਾ ਕਿ ਨਹੀਂ, ਉਹ ਤਰੀਕਾ ਗਲਤ ਆ, ਠੀਕ ਆ। ਜਿਹੜਾ ਡਿਜ਼ਰਵ ਕਰਦਾ ਉਹਨੂੰ ਫ੍ਰੀ ਦੇ ਵਿੱਚ ਹੈਲਪ ਕਰੋ, ਜਿਹੜਾ ਪੇ ਕਰ ਸਕਦਾ ਉਹ ਤੋਂ ਫੀਸ ਲਓ, ਠੀਕ ਆ। ਮੈਂ ਵੀ ਕੀਤਾ। ਸੋ ਇਹ ਚੀਜ਼ਾਂ ਜ਼ਰੂਰੀ ਨੇ। ਜਿਵੇਂ ਹੁਣ ਐਨਜੀਓ ਲੈ ਕੇ ਜਿਵੇਂ ਸਵਾਲ ਖੜੇ ਹੁੰਦੇ ਪਏ ਨੇ, ਫਿਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਬੰਦੇ ਬਾਹਰੋਂ ਪੈਸੇ ਭੇਜਦੇ ਨੇ ਉਹਨਾਂ ਨੂੰ ਆਪਣਾ ਪਿੰਡ ਸਾਂਭ ਲੈਣਾ ਚਾਹੀਦਾ? ਆਪਣੇ ਪਿੰਡ ਪੈਸੇ ਭੇਜਣ, ਆਪਣੇ ਪਿੰਡ ਦੇ ਹਾਲਾਤ ਦੇਖਣ, ਸਕੂਲ ਦੇ ਹਾਲਾਤ ਦੇਖਣ, ਪਿੰਡ ਦੀਆਂ ਸੜਕਾਂ ਦੇਖਣ, ਪਿੰਡ ਦੇ ਹੋਰ ਵੀ ਬੜੇ ਕੰਮ ਹੈਗੇ ਨੇ, ਫਿਰ ਉੱਥੇ ਪੈਸਾ ਭੇਜਣਾ ਚਾਹੀਦਾ। ਵੀ ਸਵਾਲ ਕਾਫੀ ਲੰਮੇ ਸਮੇਂ ਤੋਂ ਚੱਲਦੇ ਪਏ ਨੇ, ਪਰ ਫਿਰ ਵੀ ਉਹ ਐਨਜੀਓ 'ਚ ਹੀ ਪੈਸੇ ਜਾਂਦੇ ਨੇ, ਕਾਰਨ ਕੀ ਹੋ ਸਕਦਾ? ਚਲੋ ਮੇਰੇ ਵਾਲੇ ਤਾਂ ਜੇ ਮੈਂ ਕਹਿੰਦੀ ਆ ਉਹ ਤਾਂ ਇੱਥੇ ਹੀ ਕਰ ਦਿੰਦੇ ਆ, ਕੰਨਿਆ ਆਸਰਾ ਕਰਤਾ ਜਾਂ ਹੋਰ ਜਿੱਥੇ ਹੈਗੇ ਆ ਕੁਛ ਕੁ ਮਨੁੱਖਤਾ ਦੀ ਸੇਵਾ ਨੂੰ ਕਰ ਦਿੰਦੇ ਨੇ। ਸੋ ਉੱਥੇ ਕਰ ਦਿੰਦੇ ਨੇ। ਪਰ ਕਰਨਾ ਵੀ ਚਾਹੀਦਾ। ਇਹ ਸੰਸਥਾਵਾਂ ਵੀ ਚਾਹੇ ਤਾਂ ਹੀ ਚੱਲਣਗੀਆਂ, ਪਰ ਉਹੀ ਸੰਸਥਾਵਾਂ ਨੂੰ ਪੈਸੇ ਦਿਓ ਜਿਹੜੀਆਂ ਆਪਦਾ ਆਡਿਟ ਕਲੀਅਰ ਰੱਖਦੀਆਂ ਨੇ, ਠੀਕ। ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਪੈਸੇ ਜੇ ਵਾਕਈ ਸਹੀ ਜਗ੍ਹਾ ਦੇ ਉੱਤੇ ਲਾਉਣੇ ਆ, NRI ਹੁਣ ਇਹ ਸ਼ਸ਼ੋ ਪੰਜ ਦੇ ਵਿੱਚ ਹੈ ਕਿ ਅਸੀਂ ਪੈਸੇ ਦਈਏ ਨਾ ਦਈਏ। ਜੇ NRI ਵਾਕਈ ਪੰਜਾਬ ਦੇ ਦਰਦੀ ਨੇ, ਪੰਜਾਬ ਲਈ ਪੈਸਾ ਦੇਣਾ ਚਾਹੁੰਦੇ ਆ, ਦਰਦੀ ਤਾਂ ਹੈਗੀ ਆ, ਚਲੋ ਕਹਿਣ ਦੀ ਲੋੜ ਹੀ ਨਹੀਂ ਗੀ, ਉਹ ਸਹੀ ਜਗ੍ਹਾ ਦੇ ਉੱਤੇ ਕਲੱਬ ਬਣਾਉਣ ਆਪਣੇ, ਠੀਕ ਆ। ਆਪਦੇ ਪਿੰਡ ਦੀ, ਆਪਦੇ ਏਰੀਆ ਦੀ ਡਿਵੈਲਪਮੈਂਟ, ਆਪਦੇ ਪਿੰਡ ਦੇ ਏਰੀਆ ਦੀ ਐਜੂਕੇਸ਼ਨ ਡਿਵੈਲਪਮੈਂਟ, ਠੀਕ ਆ। ਉਹ ਸਕਿੱਲਡ ਡਿਵੈਲਪਮੈਂਟ, ਉਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨ। ਜੇ ਕਿਤੇ ਉਹ ਸਕਿੱਲ ਡਿਵੈਲਪਮੈਂਟ ਜਸਟ ਛੋਟੀ ਜਿਹੀ ਚੀਜ਼ ਆ, ਮੰਨ ਲਓ ਇੱਕ ਪਿੰਡ ਆ, ਠੀਕ ਆ, ਪਿੰਡ ਗਰੀਬਾਂ ਦਾ ਪਿੰਡ ਆ, ਗਰੀਬ ਬਹੁਤ ਜ਼ਿਆਦਾ ਨੇ, ਠੀਕ ਆ, ਉੱਥੇ ਸਿਲਾਈ ਸੈਂਟਰ ਖੋਲ੍ਹ ਦੇਣ, ਇੰਪਲੋਇਮੈਂਟ ਜਨਰੇਟ ਹੋਗੀ, ਠੀਕ ਆ। ਇਸੇ ਤਰ੍ਹਾਂ ਬੰਦਿਆਂ ਦੀ ਕੋਈ ਇੰਪਲੋਇਮੈਂਟ ਜਨਰੇਟ ਕਰਨ ਵਾਲੇ ਇਹੋ ਜਿਹੇ ਕੰਮਾਂ ਦੇ ਉੱਤੇ ਲਾ ਦੇਣ। ਫਿਰ ਇਲਾਜ ਦੇ ਲਈ ਮਹਿੰਗੇ ਮਹਿੰਗੇ ਲੱਖਾਂ ਰੁਪਏ ਭੇਜਦੇ ਆ। ਉਹਦੇ ਨਾਲੋਂ ਨਵਤੇਜ ਗੁੱਗੂ ਨੇ ਭਾਜੀ ਨੇ ਵੀ ਕਿਹਾ ਆ ਕਿ ਮੇਰੇ ਹਸਪੀਟਲ ਆ ਜਾਓ, ਜਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਹੀ ਮਸ਼ੀਨਰੀ ਆ ਜਿਹੜੀ ਉਹਨਾਂ ਨੂੰ ਅਪਗ੍ਰੇਡ ਕਰ ਦਿਓ, ਠੀਕ ਆ। ਉਹ ਉਹਨਾਂ ਦੇ ਵਿੱਚ ਹੈਲਪ ਕਰਨੀ ਸ਼ੁਰੂ ਕਰ ਦਿਓ ਤਾਂ ਕਿ ਲੋਕਾਂ ਦੀ ਹੈਲਪ ਹੋਣੀ ਸ਼ੁਰੂ ਹੋ ਜਾਏ। ਜਿਹੜੇ ਸਵਾਲ ਕਰਦੇ ਨੇ, ਫਿਰ ਤੁਹਾਨੂੰ ਲੱਗਦਾ ਵੀ ਆਪਣੇ ਲੀਡਰ ਨੂੰ ਵੀ ਸਵਾਲ ਕਰ ਲੈਣ ਜਾ ਕੇ ਉੱਥੇ? ਹੁਣ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਭਾਸ਼ਾ ਦੀ ਮਰਿਆਦਾ ਨਹੀਂ ਰੱਖਣੀ। ਜਿਹੜੇ ਸਵਾਲ ਆ ਰਹੇ ਉਹ ਬਾਹਰੋਂ ਆ ਰਹੇ ਆ, ਉਹਨਾਂ ਦੇ ਲੀਡਰ ਤਾਂ ਵਧੀਆ ਕੰਮ ਕਰ ਰਿਹਾ, ਲੀਡਰ ਸਾਡੇ ਮਾੜਾ ਕੰਮ ਕਰ ਰਹੇ। ਉਹ ਲੀਡਰਾਂ ਨੂੰ ਵੋਟ ਨਹੀਂ ਪਾਉਂਦੇ। ਲੀਡਰਾਂ ਤੋਂ ਸਵਾਲ ਕਰਨ ਦਾ ਫਰਜ਼ ਸਾਡਾ ਬਣਦਾ ਆ, ਜਿਹੜੇ ਅਸੀਂ ਇੱਥੇ ਆ, ਜਿਹੜੇ ਵੋਟ ਪਾਉਂਦੇ ਆ, ਜਿਹੜੇ ਹਰ 5 ਸਾਲ ਬਾਅਦ ਅਸੈਂਬਲੀ ਨੂੰ, ਹਰ 5 ਸਾਲ ਬਾਅਦ MP ਨੂੰ, ਹਰ 5 ਸਾਲ ਬਾਅਦ ਸਰਪੰਚ ਨੂੰ, ਕਿਸੇ ਨੂੰ ਵੀ ਵੋਟ ਪਾਉਂਦੇ ਆ ਨਾ, ਇਹ ਉਹਨਾਂ ਦਾ ਫਰਜ਼ ਬਣਦਾ ਆ ਕਿ ਉਹ ਆਪਣੀਆਂ ਸਰਕਾਰਾਂ ਨੂੰ ਸਵਾਲ ਕਰਨ। ਇੱਥੋਂ ਦੇ ਲੋਕੀ ਵਿਰੋਧ ਕਰਦੇ ਪਏ ਨੇ, ਜਿਹੜੇ ਇੱਥੋਂ ਕਰ ਰਹੇ ਉਹਨਾਂ ਨੂੰ ਬਣਦਾ ਆ। ਪਰ ਇਹ ਨਹੀਂਗਾ ਕਿ ਆਪਾਂ ਇਹ ਗੱਲ ਕਹਿ ਦਈਏ ਜੀ ਲੀਡਰਾਂ ਨੂੰ ਸਵਾਲ ਕਰ ਲਓ, ਸੋਸ਼ਲ ਵਰਕਰਸ ਨੂੰ ਨਾ ਕਰੋ, ਸਭ ਨੂੰ ਕਰੋ। ਜੇ ਕਿਸੇ ਨੂੰ ਮੈਂ ਡਾਊਟਫੁਲ ਲੱਗਦੀ ਆ, ਮੈਨੂੰ ਵੀ ਕਰੋ, ਹਰੇਕ ਨੂੰ ਕਰੋ। ਤੁਹਾਡੀ ਐਨਜੀਓ ਹੈ, ਤੁਸੀਂ ਐਨਜੀਓ ਤਾਂ ਨਹੀਂ ਬਣਾਈ ਕੋਈ ਵੀ, ਤੁਹਾਡੀ ਜਿਸ ਤਰੀਕੇ ਨਾਲ ਅੱਗੇ ਤੁਸੀਂ ਮਨੁੱਖਤਾ ਦੀ ਸੇਵਾ ਕਰਦੇ ਹੋ ਜਾਂ ਗਰੀਬਾਂ ਦੀ ਸੇਵਾ ਕਰਦੇ ਹੋ, ਤੁਹਾਨੂੰ ਕਿਸੇ ਨੇ ਕਿਹਾ ਵੀ ਤੁਹਾਨੂੰ ਕੋਈ ਪੈਸੇ ਦੇਣਾ ਚਾਹੁੰਦਾ ਹੋਵੇ, ਤੁਸੀਂ ਕਿਸੇ ਕੋਲ ਪੈਸੇ ਲਏ ਹੋਣ, ਹੈਲਪ ਕਰ ਦਿਓ, ਤੁਹਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਕਿਸੇ ਨੂੰ ਕਿਹਾ ਹੋਵੇ? ਬਥੇਰੀ ਵਾਰ ਲੋਕ ਮੈਨੂੰ ਫੋਨ ਕਰਕੇ ਕਹਿੰਦੇ ਆ ਜੀ ਅਸੀਂ ਤੈਨੂੰ ਫੰਡ ਕਰਨਾ ਚਾਹੁੰਦੇ ਆ, ਦੱਸੋ। ਮੇਰੇ ਕੋਲ ਹੁਣ ਵੀ ਮੈਸੇਜ ਪਏ ਹੋਣਗੇ, ਆਪਾਂ ਲੈਂਦੇ ਹੀ ਨਹੀਂਗੇ। ਇਹ ਸਾਹ ਬੋਲਦੇ ਨੇ ਨਹੀਂ ਲੈਣਾ। ਜ਼ਿਆਦਾ ਕੋਈ ਬੋਲਦਾ ਆ, ਉਹਨਾਂ ਨੂੰ ਜੋਤੀ ਸਰੂਪ ਕੰਨਿਆ ਆਸਰਾ ਦਾ ਹੈਗਾ ਆਨਲਾਈਨ, ਉਹਦੀ ਵੈਬਸਾਈਟ ਦਿੱਤੀ, ਉਹਨਾਂ ਦੀ ਵੈਬਸਾਈਟ ਦੇ ਦੇਈਦੀ ਆ, ਬਾਈ ਜੀ ਇੱਥੇ ਕਰ ਲਓ। ਹੁਣ ਪਿੱਛੇ ਜੇ ਇੱਕ ਮੁੰਡਾ ਆ ਦੁਬਈ ਤੋਂ, ਹੈ ਨਾ, ਉਹ ਮੈਨੂੰ ਕਾਫੀ ਦੇਰ ਤੋਂ ਕਹਿ ਰਿਹਾ ਸੀਗਾ ਕਿ ਭੈਣ ਮੈਂ ਹੈਲਪ ਕਰਨੀ ਆ। ਹੁਣ ਰੱਖੜੀ ਤੇ ਮੈਨੂੰ ਕਹਿੰਦਾ ਭੈਣ ਮੈਂ ਤੇਰੀ ਰੱਖੜੀ ਦਾ ਗਿਫਟ ਭੇਜਣਾ ਆ, ਠੀਕ ਆ। ਮੈਂ ਕਿਹਾ ਵੀਰੇ ਤੈਨੂੰ ਪਤਾ? ਕਹਿੰਦਾ ਨਹੀਂ ਰੱਖੜੀ ਦਾ ਗਿਫਟ ਭੇਜਣਾ, ਤੂੰ ਰੱਖੜੀ ਦਾ ਗਿਫਟ ਤੂੰ ਉੱਥੇ ਕਰਦੀ। ਮੇਰੇ ਕੋਲ ਰਿਕਾਰਡ ਪਿਆ ਆ, ਮੈਂ ਉਹ ਦਿਖਾਉਣੀ ਆ। ਉਹਨੇ ਉਹਦੇ ਲਈ ਭੇਜੇ ਤੇ ਮੈਂ ਨਾਲ ਦੀ ਨਾਲ ਜੋਤੀ ਸਰੂਪ ਕੰਨਿਆ ਆਸਰਾ ਦੇ ਆ, ਤੁਸੀਂ ਉਹ 'ਚ ਦਿਖਾ ਸਕਦੇ ਹੋ। ਮੈਂ ਉਹਨੇ ਮੈਨੂੰ ਭੇਜੇ ਤੇ ਮੈਂ ਕੰਨਿਆ ਆਸਰਾ ਨੂੰ ਡੋਨੇਟ ਕਰਤੀ। ਆ ਵੇਖੋ, ਆ ਦੇਖ ਲਓ, ਉਹਨੇ ਮੈਨੂੰ ਭੇਜੇ, ਮੈਂ ਨਾਲ ਦੀ ਨਾਲ ਆ ਪਿਆ ਜੋਤੀ ਸਰੂਪ ਕੰਨਿਆ ਆਸਰਾ ਦਾ ਅਕਾਊਂਟ। ਇਹ ਤਰੀਕਾ ਹੁੰਦਾ ਹੈ ਵੀ ਕਿਹਨੇ ਕਿਸ ਤਰੀਕੇ ਨਾਲ ਆਪਦੀ ਡੋਨੇਸ਼ਨ ਕਰਨੀ ਆ। ਇਹਦਾ ਆਪਣਾ ਇਹ ਥੋੜੀ ਆ ਕਿ ਕੋਈ ਨਹੀਂ ਕਰਦਾ। ਜੇ ਕੋਈ ਕਰੂਗਾ ਨਾਲ ਦੀ ਨਾਲ ਉਹਨਾਂ ਦੇ ਪੈਸੇ ਉੱਥੇ ਜਾਣਗੇ। ਮੈਨੂੰ ਦੂਜੀ ਗੱਲ, ਮੈਨੂੰ ਲੋਕ ਸਵਾਲ ਕਰਦੇ ਆ
ਕਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਹੈਗੀ ਆ ਤੇ ਤੂੰ ਸਮਾਜ ਸੇਵਕ ਦੀ ਗੱਲ ਕਰਦੀ ਆ ਤੇ ਤੂੰ ਲੋਕਾਂ ਤੋਂ ਕੰਸਲਟੇਸ਼ਨ ਗੱਲ ਕਰਨ ਦੀ ਸਲਾਹ ਲੈਣ ਦੇ ਵੀ ਪੈਸੇ ਮੰਗਦੀ। ਉਹ ਮੇਰੇ ਭੈਣ ਭਰਾ ਜਿਨ੍ਹਾਂ ਨੇ ਮੈਨੂੰ ਦਿੱਤੇ ਆ ਜਾਂ ਜਿਨ੍ਹਾਂ ਨੇ ਹੈਲਪ ਕੀਤੀ ਆ ਮੇਰੇ ਮਾਪੇ, ਉਹਨਾਂ ਦਾ ਲੱਗਿਆ, ਠੀਕ ਆ। ਇਹ ਕਿਸੇ ਦੇ ਫੰਡ ਚੋਂ ਨਹੀਂ ਲੱਗਿਆ। ਸੋ ਉਸ ਸਮੇਂ ਤਾਂ ਮੇਰੇ ਲਈ ਕੋਈ ਵੀ ਨਹੀਂ ਆਇਆ। ਜਦ ਮੇਰੇ ਲਈ ਕੋਈ ਨਹੀਂ ਆਇਆ ਹੈਗਾ, ਫਿਰ ਮੈਂ ਸਿਰਫ ਆਪਦੇ ਮਿਸ਼ਨ ਤੇ ਧਿਆਨ ਦਊਂਗੀ ਤੇ ਮੇਰਾ ਮਿਸ਼ਨ ਹੈਗਾ ਬਚਪਨ ਬਚਾਓ। ਰੇਪ ਵਿਕਟਮਸ ਨੂੰ ਮੈਂ ਸਪੋਰਟ ਕਰਦੀ ਆ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਕਿਸੇ ਵੀ ਧੀ ਭੈਣ ਦੇ ਨਾਲ ਗਲਤ ਹੋਵੇ, ਠੀਕ ਆ। ਪਰ ਇਹ ਨਹੀਂ ਕਿ ਕਿਸੇ ਦਾ ਡਿਵੋਰਸ ਦਾ ਕੇਸ ਉੱਥੇ ਵੀ ਫ੍ਰੀ ਆ ਜਾ, ਕਿਸੇ ਕੁੜੀ ਨੂੰ ਸਹੁਰੇ ਤੰਗ ਕਰੇ ਉੱਥੇ ਵੀ ਫ੍ਰੀ ਦੇ ਵਿੱਚ ਆ ਜਾ, ਜਾਂ ਕਿਸੇ ਦੀ ਆਪਣਾ ਬॉयਫ੍ਰੈਂਡ ਗਰਲਫ੍ਰੈਂਡ ਲਿਵਿੰਗ 'ਚ ਰਹਿੰਦੇ ਸੀਗੇ ਜੀ, ਹੁਣ ਉਹਨਾਂ ਦਾ ਕੇਸ ਆ ਜੀ, ਉਹਦੇ ਵਿੱਚ ਵੀ ਫ੍ਰੀ 'ਚ ਆ ਜਾਣ। ਸਿੱਖਿਆ ਕਿੱਥੋਂ ਤੁਸੀਂ ਲਈ ਹੈ? ਤੁਸੀਂ ਪਹਿਲਾਂ ਜਿਸ ਤਰੀਕੇ ਨਾਲ ਕਿਹਾ ਕਿ ਸਾਰੇ ਕੰਮ ਤੁਸੀਂ ਫ੍ਰੀ ਕਰਦੇ ਸੀ ਪਹਿਲਾਂ, ਜੇਲ੍ਹ ਜਾਣ ਤੋਂ ਪਹਿਲਾਂ। ਇਹ ਸਿੱਖਿਆ ਤੁਹਾਨੂੰ ਕਿੱਥੋਂ ਆਈ ਹੈ? ਜੇਲ੍ਹ ਵਿੱਚ ਰਹਿ ਕੇ ਆਈ ਹੈ ਕਿ ਵਾਕਈ ਤੁਹਾਨੂੰ ਲੱਗਿਆ ਕਿ ਤੁਸੀਂ ਜੇਲ੍ਹ ਵਿੱਚ ਹੈਗੇ ਸੀ, ਤੁਹਾਡੀ ਕਿਸੇ ਨੇ ਹੈਲਪ ਨਹੀਂ ਕੀਤੀ, ਜਾਂ ਸਾਰਾ ਪੈਸਾ ਇਕੱਠਾ ਕੀਤਾ ਗਿਆ ਤੁਹਾਡੇ ਤੇ ਲੱਗਿਆ, ਉਹ ਤੁਹਾਡੇ ਆਪਣੇ ਨੇ ਲਗਾਇਆ? ਉਹ ਤਾਂ ਆਬਵੀਅਸ ਹੀ ਗੱਲ ਹੈ ਨਾ। ਦੇਖੋ ਮੈਨੂੰ ਹੁਣ ਉੱਕਾ ਪੁੱਕਾ ਯਾਦ ਆ ਕਿ ਮੰਮੀ ਹੁਣਾਂ ਦੇ ਪੈਸੇ, ਜੇ ਪਾਪਾ ਨੇ ਨਾ ਮੇਰੇ ਨਾਂ ਦੇ ਉੱਤੇ 7 ਲੱਖ ਦੀ FD ਕਰਾਈ ਹੋਈ ਸੀਗੀ, ਤੇ ਉਹ ਪੈਸੇ ਸੀਗੇ ਮੈਂ 1.5 ਸਾਲ ਦੇ ਵਿੱਚ 11 ਲੱਖ ਦੇ ਨੇੜੇ ਤੇੜੇ, ਮਤਲਬ ਐਂ ਕੋਈ ਕਿਸੇ ਤੋਂ ਆ ਗਏ ਜਾਂ ਫ੍ਰੀ ਦੇ ਵਿੱਚ ਜਿਹੜੀ ਫ੍ਰੀ ਸਲਾਹ ਦਿੱਤੀ ਉਹ ਤਾਂ ਅੱਡ ਆ, ਠੀਕ ਆ। ਮੈਂ ਆਪਦੀ ਕੈਂਪੇਨ ਦੇ ਉੱਤੇ ਪੈਸੇ ਲਏ, ਆਪਦੀ ਗੱਡੀ ਦੇ ਵਿੱਚ ਤੇਲ ਵੀ ਆਪਦਾ, ਜਿੱਥੇ ਜਾਣਾ ਉਹ ਵੀ ਆਪਦਾ, ਜਿਹੜੀ ਨਾਲ ਟੀਮ ਜਾਣੀ ਆ ਉਹਦੀ ਰੋਟੀ ਪਾਣੀ ਉਹ ਵੀ ਮੇਰਾ, ਠੀਕ ਆ। ਔਰ ਤੁਸੀਂ ਹਿਸਾਬ ਲਾ ਲਓ ਕਿ ਜੇ ਅਸੀਂ ਜਾ ਰਹੇ ਹਾਂ ਆਪਣਾ ਫਿਰੋਜ਼ਪੁਰ ਜਾ ਰਹੇ ਹਾਂ, ਇੱਥੋਂ ਫਿਰੋਜ਼ਪੁਰ ਮੇਰੇ ਕੋਲ ਦਾ ਸਵਿਫਟ ਆ, ਉਹਦਾ ਸਭ ਤੋਂ ਘੱਟ ਤੇਲ ਦਾ ਖਰਚ ਆਉਂਦਾ 2500 ਰੁਪਏ ਦਾ, ਤਾਂ ਉਹ 'ਚ ਵੀ ਆਉਣ ਜਾਣ ਦਾ ਤੇਲ ਪੈਂਦਾ, ਠੀਕ ਆ। ਫਿਰ ਉੱਥੇ ਖਾਣਾ ਇਹ ਉਹ ਟੀਮ ਆ, ਠੀਕ ਆ। ਜਾਣ ਆਉਣ ਦਾ ਖਰਚਾ ਹੀ 10-12 ਹਜ਼ਾਰ ਰੁਪਇਆ ਪੈ ਜਾਂਦਾ, ਤੇ ਉਹ ਕੌਣ ਭਰਦਾ ਸੀ? ਉਹ ਮੈਂ ਭਰਦੀ ਸੀ ਆਪਦੀ ਜੇਬ 'ਚੋਂ, ਆਪਦੇ ਮਾਪਿਆਂ ਤੋਂ ਲੈ ਕੇ। ਹੁਣ ਮਾਪਿਆਂ ਨੇ ਵੀ ਕਹਿਤਾ, ਕਹਿੰਦੇ ਤੈਨੂੰ ਪੜ੍ਹਾਇਆ ਲਿਖਾਇਆ, ਠੀਕ ਆ, ਤੇਰੇ ਹਰੇ ਕੰਮ 'ਚ ਸਾਥ ਦਿੰਦੇ ਸੀ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਹੁਣ ਤੂੰ ਜੇਲ੍ਹ ਵੀ ਜਾ, ਲੋਕਾਂ ਦੇ ਕਰਕੇ ਜੁੱਤੀਆਂ ਵੀ ਖਾ, ਤੇ ਫਿਰ ਫ੍ਰੀ ਦੇ ਵਿੱਚ ਸੇਵਾ ਵੀ ਕਰ, ਤੇ ਜੁੱਤੀਆਂ ਵੀ ਖਾਈ ਚੱਲ, ਤੇ ਫਿਰ ਪੈਸੇ ਵੀ ਲੁਟਾਈ ਚੱਲ। ਇਹ ਗੱਲਾਂ ਨਹੀਂ ਗੀਆਂ। ਸੇਵਾ ਉਹਦੀ ਕਰ ਜਿਹੜਾ ਡਿਜ਼ਰਵ ਕਰਦਾ, ਹਰੇਕ ਦੀ ਨਹੀਂ। ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਛੱਡ ਕੇ ਲੋਕਾਂ ਦੀ ਮਦਦ ਕੀਤੀ, ਗਰੀਬਾਂ ਦੀ ਮਦਦ ਕੀਤੀ, ਤੇ ਉਸ ਤੋਂ ਬਾਅਦ ਜਾ ਕੇ ਹੁਣ ਤੁਹਾਨੂੰ ਲੱਗਦਾ ਕਿ ਪੈਸੇ ਦੀ ਲੋੜ ਹੈਗੀ। ਜਦੋਂ ਘਰਦਿਆਂ ਨੇ ਕਹਿਤਾ, ਜਦੋਂ NGO ਚੱਲਦੇ ਨੇ, ਫਿਰ ਤੁਹਾਨੂੰ ਲੱਗਦਾ ਜੇ ਤੁਸੀਂ ਫ੍ਰੀ ਸੇਵਾ ਨਹੀਂ ਕਰਦੇ, ਫਿਰ ਤੁਹਾਨੂੰ ਲੱਗਦਾ ਕਿ NGO ਲਈ ਫ੍ਰੀ ਸੇਵਾ ਕਰਦੇ ਹੋਣਗੇ। ਆਬਵੀਅਸ ਹੀ ਗੱਲ ਹੈ, NGO ਵਾਲੇ, ਮੈਂ ਤਾਂ ਆਪ ਕਹਿ ਰਹੀ ਹਾਂ ਕਿ ਇਹਨੂੰ ਪ੍ਰੋਫੈਸ਼ਨ ਬਣਾਇਆ ਜਾਵੇ। ਖਾਲਸਾ ਏਡ ਆ, ਰਵੀ ਸਿੱਧੂ ਉਹਨੇ ਸੈਲਰੀ ਰੱਖੀ ਆ, ਰੱਖਣੀ ਚਾਹੀਦੀ ਆ। ਅਗਲੇ ਦਾ ਪਰਿਵਾਰ ਆ, ਅਗਲੇ ਦੇ ਵੀ ਖਰਚੇ ਆ, ਰੱਖਣ। ਜੇ ਉਹ ਫੁੱਲ ਟਾਈਮ ਉਸ ਕੰਮ ਨੂੰ ਦੇ ਰਹੇ ਆ, ਉਹ ਰੱਖਣ। ਤੇਲ ਪਾਣੀ ਸਾਰੀਆਂ ਚੀਜ਼ਾਂ ਦੇ ਖਰਚੇ ਹੁੰਦੇ ਆ, ਕਿਉਂਕਿ ਮੈਂ ਕੰਮ ਕੀਤਾ, ਮੈਨੂੰ ਪਤਾ ਮੇਰੇ ਪੱਲਿਓਂ ਲੱਗਦੇ ਰਹੇ ਨੇ, ਸੋ ਉਹਨਾਂ ਦੇ ਵੀ ਖਰਚੇ ਹੁੰਦੇ ਆ। ਉਹ ਉਸ ਚੀਜ਼ ਨੂੰ ਲਾ ਰਹੇ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ, ਆਪਣੀ ਪਰਸਨਲ ਇਹ ਚੋਇਸ ਆ, ਠੀਕ ਆ, ਵਰਕ ਦੀ। ਕਿਸੇ ਨੇ ਉਹਨਾਂ ਨੂੰ ਫੋਰਸ ਨਹੀਂ ਕੀਤਾ ਕਿ ਤੂੰ ਜਾ ਕੇ NGO ਚਲਾ ਤੇ ਸੋਸ਼ਲ ਵਰਕ ਕਰ, ਨੋ, ਉਹਦੀ ਆਪਦੀ ਚੋਇਸ ਆ। ਜੇ ਆਪਦੀ ਚੋਇਸ ਲਈ ਉਸ ਕੰਮ ਦੇ ਵਿੱਚ ਗਏ ਹੋ, ਠੀਕ ਆ, ਆਪਦੇ ਖਰਚੇ ਕੱਢੋ। ਤੁਹਾਨੂੰ ਲੱਗਦਾ ਜਿਹੜਾ NGO ਚਲਾ ਰਿਹਾ ਉਸ ਨੂੰ ਖਰਚੇ ਹੁੰਦਾ, ਰਜਿਸਟਰ NGO ਦੇ ਉਹ ਖਰਚੇ ਦੇਣ ਵੀ ਇੱਥੇ ਗਏ ਸੀ, ਇੱਥੇ ਇੰਨੇ ਦਾ ਤੇਲ ਪਿਆ, ਇੰਨੀ ਚੀਜ਼ ਆ, ਆਹ ਆਡਿਟ ਆ, ਆਹ ਕਲੀਅਰ ਆ ਜੀ, ਕਰਨ। ਖਰਚਾ ਪਾਉਣ ਤੋਂ ਕੌਣ ਰੋਕ ਰਿਹਾ ਆ? ਗੱਲ ਤਾਂ ਪਰਸਨਲ ਬੈਨੀਫਿਟ ਦੀ ਆ। ਜਸਟ ਸਪੋਜ਼ ਕਿ ਮੇਰੇ ਕੋਲ ਕੋਈ ਪੈਸੇ ਆਏ, ਮੈਂ ਉਸ ਕੰਮ ਦੇ ਲਈ ਜਿਹੜਾ ਖਰਚਾ ਆਇਆ ਉਹਨੂੰ ਛੱਡ ਕੇ ਆਪਦੇ ਲਈ ਮੈਂ ਜਾ ਕੇ ਐਪਲ ਦੀ ਵਾਚ ਲਿਆਵਾਂ, ਮੈਂ ਫੋਨ ਲਿਆਵਾਂ, ਮੈਂ ਆਪਣੇ ਕੱਪੜੇ ਲਿਆਵਾਂ, ਕੀ ਇਹ ਸਹੀ ਆ? ਫਿਰ ਤੁਹਾਨੂੰ ਲੱਗਦਾ ਬਾਕੀ NGO ਵਾਲੇ ਕਰਦੇ ਹੋਣਗੇ ਕਿਤੇ? ਤਾਂ ਆਬਵੀਅਸ ਹੁੰਦੇ ਹੋਣਗੇ, ਐਵੇਂ ਥੋੜੀ ਸਵਾਲ ਉੱਠਦੇ ਆ, ਇਹ ਤਾਂ ਹੁੰਦਾ ਹੀ ਆ ਕੰਮ। ਕਿ ਸਵਾਲ ਉੱਠਿਆ ਇਹ ਤਾਂ ਮੈਂ ਤੁਹਾਨੂੰ ਕੀ ਕਿਹਾ, ਹਰ ਆਰਗੇਨਾਈਜੇਸ਼ਨ SGPC ਵੀ ਕਰਦੀ ਆ, ਪੰਚਾਇਤਾਂ ਵੀ ਕਰਦੀਆਂ, ਸਾਰੇ ਕਰਦੇ ਆ। ਕਰਪਸ਼ਨ ਤਾਂ ਇਹ ਖੂਨ ਦੇ ਵਿੱਚ ਬੜੀ ਹੋਈ ਆ। ਛੋਟੇ ਹੁੰਦੇ ਨਹੀਂ ਕਰਦੇ ਸੀਗੇ, ਆਪਣੇ ਪੇਰੈਂਟਸ ਤੋਂ ਫੀਸ ਦੇ ਨਾਂ ਦੇ ਉੱਤੇ 3-4 ਵਾਰ ਪੈਸੇ ਲੈ ਲੈਂਦੇ ਸੀਗੇ। ਇਹ ਤਾਂ ਸੋਸ਼ਲਾਈਜੇਸ਼ਨ ਹੋ ਰਹੀ ਆ। ਮੈਂ ਤਾਂ ਆਪ ਮੰਨਦੀ ਮਾਪਿਆਂ ਤੋਂ, ਮੈਂ ਤਾਂ ਆਪ, ਚਲੋ ਬਾਅਦ 'ਚ ਦੱਸ ਦਿੰਦੇ ਹਾਂ, ਅਸੀਂ ਤਾਂ ਆਪ ਘਰ ਦੇ ਤੋਂ ਪੈਸੇ ਲੈ ਲੈਂਦੇ ਸੀਗੇ ਜੀ, ਇਸ ਚੀਜ਼ ਖਰਚੇ ਨਹੀਂ ਪੂਰੇ ਹੁੰਦੇ ਸੀ, ਪਰ ਉਹ ਅਸੀਂ ਆਪਣੇ ਮਾਪਿਆਂ ਨਾਲ ਕਰਦੇ ਸੀਗੇ। ਤਾਂ ਲੱਗਦਾ ਕਿ ਸਮਝ ਆ ਜਾਂਦੀ ਆ। ਤਾਂ ਲੱਗਦਾ ਕਿ ਫੇਮ ਹੋਣ ਲਈ ਵੀ ਇਹ ਸਾਰੇ ਮੁੱਦੇ ਚੱਕ ਰਿਹਾ ਕਿ ਵਾਕਈ ਸਹੀ ਗੱਲਾਂ ਨੇ, ਸਵਾਲ ਜੇ ਕੀਤੇ ਨੇ NGO ਨੂੰ ਜਵਾਬ ਦੇਣੇ ਚਾਹੀਦੇ ਨੇ। ਦੇਖੋ, ਇਸ ਚੀਜ਼ ਨੂੰ ਅਸੀਂ ਫੇਮ ਦੇ ਨਾਲ ਤਾਂ ਨਹੀਂ ਜੋੜ ਸਕਦੇ। ਫੇਮ ਲੈਣਾ ਬੰਦੇ ਨੇ, ਵੈਸੇ ਤਾਂ ਅੱਜ ਕੱਲ੍ਹ ਫੈਸ਼ਨ ਚੱਲ ਪਿਆ ਵੀ ਗਾਲਾਂ ਕੱਢੋ ਤੇ ਫੇਮ ਮਿਲ ਜਾਂਦਾ ਆ, ਠੀਕ ਆ, ਇਹ ਗੱਲ ਦੇ ਵਿੱਚ ਕੋਈ ਸ਼ੱਕ ਨਹੀਂਗਾ। ਮੈਨੂੰ ਵੀ ਗਾਲਾਂ ਕੱਢ ਕੇ ਮੇਰੇ ਪਰਚੇ ਦੇ ਦੌਰਾਨ ਇੱਕ ਬੰਦਾ ਬਥੇਰਾ ਫੇਮਸ ਹੋ ਗਿਆ, ਪਰ ਮੈਂ ਉਸ ਬੰਦੇ ਬਾਰੇ ਕੁਝ ਨਹੀਂ ਬੋਲੀ, ਕਿਉਂਕਿ ਉਹਨੂੰ ਸੀਗਾ ਜੇ ਮੈਂ ਆਪਦੇ ਮੂੰਹੋਂ ਬੋਲਦੀ ਸ਼ਾਇਦ ਉਹਨੂੰ ਜ਼ਿਆਦਾ ਫੇਮ ਮਿਲਦਾ, ਆਪਾਂ ਬੋਲੇ ਹੀ ਨਹੀਂ ਕੁਝ। ਉਹ ਸਾਰੇ ਜਾਣਦੇ ਉਸ ਬੰਦੇ ਬਾਰੇ, ਕਹਿੰਦਾ ਸੀਗਾ ਕੌਂ ਟੰਗ ਕੇ, ਕੀਲੀ ਤੇ ਟੰਗ ਕੇ ਕੌਂ ਟੰਗਦਾ, ਇਹ ਉਹ। ਮੈਂ ਉਹਦੇ ਬਾਰੇ ਇੱਕ ਸ਼ਬਦ ਨਹੀਂ ਬੋਲੀ, ਲੋੜ ਹੀ ਨਹੀਂ ਮੈਨੂੰ ਬੋਲਣ ਦੀ, ਮੈਂ ਕਿਉਂ ਬੋਲਾਂ? ਮੇਰਾ ਇੱਕ ਆਖਰੀ ਸਵਾਲ ਇਹੀ ਹੈ ਕਿ ਜਿਹੜੇ NGO ਕੰਮ ਕਰਦੇ ਨੇ ਪੰਜਾਬ ਦੇ ਵਿੱਚ, ਜਿਵੇਂ ਤੁਸੀਂ ਵੀ ਗੱਲ ਕਰ ਰਹੇ ਹੋ ਕਿ ਹਰ ਇੱਕ ਨੂੰ ਹਿਸਾਬ ਦੇਣਾ ਚਾਹੀਦਾ, ਚਾਹੇ ਕੋਈ ਵੀ ਅਦਾਰਾ ਬਣਿਆ ਹੈ ਜੋ ਗੌਰਮੈਂਟ ਦੇ ਅੰਡਰ ਆਉਂਦਾ ਹੈ,
ਮੇਰਾ ਇੱਕ ਇਹੀ ਸਵਾਲ ਹੈ ਕਿ ਜਿਹੜੇ ਗਵਰਨਮੈਂਟ ਦੇ ਅੰਡਰ ਨਹੀਂ, ਚਾਹੇ ਪਰਸਨਲ ਆ, ਜਿਹੜਾ ਪਬਲਿਕ ਸਫੇਅਰ 'ਚ ਆ ਗਿਆ ਉਹਨੂੰ ਹਿਸਾਬ ਦੇਣਾ ਪਊਗਾ, ਜਿਹਨੇ ਪਬਲਿਕ ਫੰਡ ਯੂਜ਼ ਕੀਤਾ ਉਹਨੂੰ ਹਿਸਾਬ ਦੇਣਾ ਪਊਗਾ। ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਨਾ ਕਿ ਅਸੀਂ ਕੂਲਰ ਮੰਗਾਏ ਕੰਨਿਆ ਆਸਰਾ ਲਈ, 90,000 ਦੇ ਕੂਲਰ ਆਏ, ਬਿੱਲ ਤੋਂ ਲੈ ਕੇ ਕਿਹੜੇ ਬੰਦੇ ਨੇ ਸਾਡੇ ਸਰਕਲ 'ਚੋਂ, ਮੇਰੇ ਚਾਹੇ ਉਹ ਭਾਬੀਆਂ ਨੇ ਵੀ ਭੇਜੇ, ਮੇਰੇ ਆਪਣੇ ਭੈਣ ਭਰਾਵਾਂ 'ਚੋਂ ਹੀ ਭੇਜੇ, ਉਹਦਾ ਵੀ ਮੈਂ ਆਨਲਾਈਨ ਰਿਕਾਰਡ ਪਾਇਆ। ਪਾਓ। ਮੇਰੇ ਇੱਕ ਆਖਰੀ ਸਵਾਲ ਇਹੀ ਹੈ ਕਿ ਜਿਸ ਤਰੀਕੇ ਨਾਲ ਐਨਜੀਓ ਦਾ ਵਿਵਾਦ ਚੱਲ ਰਿਹਾ, ਇੱਕ ਦੂਜੀ ਲੱਤਾਂ ਖਿੱਚਦੇ ਨੇ, ਇਹਦਾ ਅਸਰ ਪਏਗਾ ਅੱਗੇ ਜਾ ਕੇ ਜਿਹੜੇ ਬਾਕੀ ਨਵੇਂ ਐਨਜੀਓ ਖੁੱਲਣਗੇ, ਜਿਹੜੇ ਹੁਣ ਐਨਜੀਓ ਚੱਲਦੇ ਪਏ ਨੇ? ਕਿਉਂਕਿ ਸਵਾਲ ਤਾਂ ਵੀਰੇ ਵਧੀਆ ਗੱਲ ਆ, ਟਰਾਂਸਪੇਰੈਂਸੀ ਆ ਜੂਗੀ, ਇਹੋ ਜਿਹੇ ਮੁੱਦੇ ਵੀ ਉੱਠਣੇ ਚਾਹੀਦੇ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਵੇਲੀਆਂ ਕਿਤੋਂ ਨਹੀਂ ਖਾ ਸਕਦੇ। ਟਰਾਂਸਪੇਰੈਂਸੀ ਨਾਲ ਚੱਲੋ, ਸੈੱਟ ਆ ਕੰਮ, ਸੱਚੇ ਹੋ ਕੇ ਚੱਲੋ, ਸਭ ਕੁਝ ਓਕੇ ਆ, ਸੱਚੇ ਹੋ ਕੇ ਬੋਲੋ ਸਾਡਾ ਇੰਨਾ ਖਰਚਾ ਆਇਆ, ਅਸੀਂ ਇੰਨੇ ਖਰਚਾ ਕੱਢ ਲਿਆ। ਜਿੰਨਾ ਟਰਾਂਸਪੇਰੈਂਟ ਹੋ ਕੇ ਚੱਲੋਗੇ ਉਨਾ ਵਧੀਆ ਆ, ਠੀਕ ਆ। ਇਹਦਾ ਟਰਾਂਸਪੇਰੈਂਸੀ ਤੇ ਅਸਰ ਪੈ ਸਕਦਾ ਆ, ਠੀਕ ਆ। ਖਾਣ ਵਾਲੇ ਸੋਚ ਕੇ ਖਾਣਗੇ ਵੀ ਜੇ ਅਸੀਂ ਖਾਣ ਲੱਗ ਗਏ ਤਾਂ ਡੋਨਰ ਪੈਸੇ ਨਹੀਂ ਦੇਣਗੇ, ਸੋ ਇਸ ਚੀਜ਼ ਦਾ ਅਸਰ ਪੈ ਸਕਦਾ। ਇਹ ਕਹਿ ਦਈਏ ਕਿ ਲੋਕ ਸਮਾਜ ਸੇਵਾ ਛੱਡ ਦੇਣਗੇ, ਇਹ ਤਾਂ ਬਿਲਕੁਲ ਬੇਵਕੂਫੀ ਵਾਲੀ ਗੱਲ ਆ। ਮੈਂ ਜੁੱਤੀਆਂ ਖਾ ਖਾ ਕੇ ਨਹੀਂ ਛੱਡੀ, ਮੈਂ ਜੇਲਾਂ ਕੱਟ ਕੇ ਨਹੀਂ ਛੱਡੀ ਹੈਗੀ। ਜਿਨ੍ਹਾਂ ਦੇ ਅੰਦਰ ਕਿਸੇ ਦਾ ਦਰਦ ਹੁੰਦਾ ਤੇ ਆਪਣੇ ਪੰਜਾਬ ਦਾ ਦਰਦ ਆ, ਆਪਦੇ ਲੋਕਾਂ ਦਾ ਦਰਦ ਆ ਨਾ, ਮੈਂ ਕਹਿੰਦੀ ਹਾਂ ਉਹਨਾਂ ਨੂੰ ਚਾਹੇ ਲੋਕ ਜਿੰਨਾ ਮਰਜ਼ੀ ਬਦਨਾਮ ਕਰ ਦੇਣ, ਜਿਹਦੀ ਨੀਅਤ ਆ ਉਹਨੇ ਕਰਨਾ ਨਹੀਂ ਬੰਦ ਕਰਨਾ। ਇਸ ਚੀਜ਼ ਲਈ ਮੈਂ ਤੁਹਾਨੂੰ ਕਹਾਣੀ ਸੁਣਾਉਣੀ ਹੈ। ਮੈਂ ਪਹਿਲਾਂ ਵੀ ਇਹ ਕਹਾਣੀ ਸੁਣਾਉਣੀ ਹੁੰਦੀ ਆ ਕਿ ਇੱਕ ਨਦੀ ਕਿਨਾਰੇ ਇੱਕ ਸਾਧ ਦੇ ਬਿੱਛੂ ਸੀਗੇ, ਸਾਧ ਤੇ ਬਿੱਛੂ ਦੀ ਕਹਾਣੀ। ਸਾਧ ਬਾਰ-ਬਾਰ ਬਿੱਛੂ ਨੂੰ ਬਚਾ ਦਿਆ ਕਰੇ, ਬਿੱਛੂ ਬਾਰ-ਬਾਰ ਸਾਧ ਤੇ ਡੰਗ ਮਾਰ ਦਿਆ ਕਰੇ, ਠੀਕ ਹੈ। ਤੇ ਐਂਡ ਤੇ ਬਿੱਛੂ ਨੇ ਹਾਰ ਕੇ ਪੁੱਛ ਹੀ ਲਿਆ ਕਿ ਵੀ ਮੈਂ ਤੇਰੇ ਡੰਗ ਮਾਰਦਾ, ਤੂੰ ਹਟਦਾ ਕਾਹਤੇ ਨਹੀਂ? ਤਾਂ ਸਾਧ ਨੇ ਕਿਹਾ ਕਿ ਜੇ ਤੂੰ ਡੰਗ ਮਾਰਨ ਦਾ ਸੁਭਾਅ ਨਹੀਂ ਛੱਡਦਾ ਹੈਗਾ ਤੇ ਮੈਂ ਆਪਣਾ ਸੇਵਾ ਕਰਨ ਦਾ ਸੁਭਾਅ ਕਿਉਂ ਬਦਲਾਂ? ਸੋ ਇਹ ਜਿਹਦੇ ਖੂਨ ਦੇ ਵਿੱਚ ਰਚੀ ਹੋਈ ਹੈ ਨਾ ਸਮਾਜ ਸੇਵਾ, ਉਹ ਨਹੀਂ ਛੱਡ ਸਕਦਾ। ਤੁਹਾਡੀ ਨਜ਼ਰ ਵਿੱਚ ਕਿਹੜਾ ਇਹੋ ਜਿਹਾ ਐਨਜੀਓ ਹੈਗਾ ਜੋ ਬਿਲਕੁਲ ਸਾਫ਼ ਸੁਥਰਾ ਤੇ ਹਿਸਾਬ ਦਿੰਦਾ ਤੁਹਾਡੀ ਨਜ਼ਰ ਵਿੱਚ ਪੰਜਾਬ 'ਚ? ਇਹ ਬਹੁਤ ਸਾਰੇ ਨੇ, ਇੱਕ ਥੋੜੀ ਆ। ਕੋਈ ਵੀ ਨਾਮ? ਮੈਂ ਹਿਸਾਬ ਲੈਂਦੇ ਤਾਂ ਕਿਸੇ ਨੂੰ ਨਹੀਂ ਦੇਖਿਆ। ਮੇਰੇ ਲਈ ਤਾਂ ਖਾਲਸਾ ਏਡ ਸਭ ਤੋਂ ਬੈਸਟ ਆ, ਹਰੇਕ ਚੀਜ਼ ਦੀ ਟਰਾਂਸਪੇਰੈਂਸੀ ਹੈਗੀ ਆ। ਮੇਰੇ ਲਈ ਮੇਰਾ ਜੋਤੀ ਸਰੂਪ ਕੰਨਿਆ ਆਸਰਾ ਵੀ ਬਹੁਤ ਵਧੀਆ ਆ, ਠੀਕ ਆ। ਸਾਡੀ ਯੂਥ ਆਫ ਪੰਜਾਬ ਵੀ ਹੈਗੀ ਜਿਹੜੀ ਕਿਸੇ ਤੋਂ ਫੰਡ ਹੀ ਨਹੀਂ ਲੈਂਦੀ ਹੈਗੀ, ਜਿਹਦੀ ਮੈਂ ਅਪਾਇੰਟਡ ਮੈਂਬਰ ਹੈਗੀ, ਰਜਿਸਟਰਡ ਮੈਂਬਰ ਨਹੀਂ ਹੈਗੀ, ਠੀਕ ਆ। ਦੇਅਰ ਇਜ਼ ਪਟਿਆਲੇ ਤੋਂ ਇੱਕ ਹੈਗੇ ਸਰਕਾਰੀ ਇੰਪਲਾਈਜ਼, ਉਹ ਚਲਾਉਂਦੇ ਆ ਬਲੈਸਿੰਗ ਹੈਂਡਸ, ਉਹ ਵੀ ਵਧੀਆ ਚੱਲਦੀ ਹੈ। ਇੱਦਾਂ ਦੀਆਂ ਬਹੁਤ ਸਾਰੀਆਂ ਮਨੁੱਖਤਾ ਦੀ ਸੇਵਾ ਸੁਸਾਇਟੀ ਹੈਗੀ ਆ, ਬਹੁਤ ਸਾਰੀਆਂ ਸੁਸਾਇਟੀਜ਼ ਹੈਗੀਆਂ ਨੇ। ਜਿਨ੍ਹਾਂ ਦਾ ਵਿਵਾਦ ਚੱਲਦਾ ਪਿਆ, ਫਿਰ ਤੁਹਾਨੂੰ ਲੱਗਦਾ ਸਹੀ ਨੇ? ਨਹੀਂ ਦੇਖੋ, ਮੈਂ ਕਿਸੇ ਦੇ ਦੇਖੋ ਮੈਂ ਗੋਲਡੀ ਨੂੰ ਵੀ ਜਾਣਦੀ ਹਾਂ, ਮੈਂ ਪੁਨੀਤ ਨੂੰ ਵੀ ਜਾਣਦੀ ਹਾਂ ਪਰਸਨਲੀ, ਠੀਕ ਹੈ। ਮੈਂ ਚਲੋ ਪੁਨੀਤ ਨੂੰ ਮੈਂ ਮਿਲੀ ਨਹੀਂ ਗੀ, ਗੋਲਡੀ ਨੂੰ ਬਹੁਤ ਵਾਰ ਮਿਲੀ ਆ, ਮੇਰੇ ਨਾਲ ਦੇ ਪਿੰਡ ਦਾ। ਮੈਂ ਉਹਨਾਂ ਨੂੰ ਕੰਮ ਕਰਦੇ ਦੇਖਿਆ, ਦੇਖ ਦਿਲੋਂ ਦਰਦੀ ਆ ਉਹ, ਲੋਕਾਂ ਦੇ ਕੰਮ ਤਾਂ ਕਰਦੇ ਆ ਉਹ, ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਕਿ ਉਹ ਲੋਕਾਂ ਦੇ ਕੰਮ ਨਹੀਂ ਕਰਦੇ। ਮੈਂ ਗੋਲਡੀ ਵੀਰੇ ਨੂੰ ਵੀ ਇਹੀ ਗੱਲ ਬੋਲੀ ਆ, ਮੈਂ ਹੁਣ ਵੀ ਬੋਲਦੀ ਹਾਂ ਜੇ ਗੋਲਡੀ ਵੀਰਾ ਸੁਣਦਾ ਆ, ਵੀਰੇ ਤੇਰੇ ਕੋਈ ਅਗੇਂਸਟ ਨਹੀਂ ਗਾ। ਮੈਂ ਪਹਿਲਾਂ ਵੀ ਬੋਲਿਆ, ਮੈਂ ਪੁਨੀਤ ਨੂੰ ਤੇ ਉਹਦੀ ਵਾਈਫ ਨੂੰ ਵੀ ਬੋਲਿਆ ਜਦੋਂ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ। ਮੈਂ ਕਿਹਾ ਟਰਾਂਸਪੇਰੈਂਸੀ ਮਸਟ ਆ, ਹਿਸਾਬ ਦੇਵੋ। ਤੇ ਮੈਂ ਉਹਨਾਂ ਨੂੰ ਬਲਕਿ ਇਹ ਗੱਲ ਵੀ ਬੋਲੀ, ਮੈਂ ਕਿਹਾ ਜਿਹੜੇ ਝੂਠੇ ਐਲੀਗੇਸ਼ਨ ਲਾਉਂਦੇ ਉਹਨਾਂ ਲਈ ਡੈਫਾਮੇਸ਼ਨ ਸੂਟ ਤੇ ਚਲੇ ਜਾਓ। ਤੇ ਲੋਕਾਂ ਨੂੰ ਵੀ ਮੈਂ ਬੋਲਦੀ ਹਾਂ ਜਿਹੜੇ ਉਹਨਾਂ ਦੀ ਕੰਪਲੇਂਟ ਕਰ ਰਹੇ ਆ ਕਿ ਜਿਹੜੇ ਤਾਂ ਝੂਠੇ ਐਲੀਗੇਸ਼ਨ ਲਾ ਰਹੇ ਆ ਉਹਨਾਂ ਦੇ ਡੈਫਾਮੇਸ਼ਨ ਸੂਟ ਫਾਈਲ ਹੋ ਜੂ। ਜੇ ਗੋਲਡੀ ਤੇ ਪੁਨੀਤ ਨੇ ਧੋਖਾਧੜੀ ਕੀਤੀ ਉਹਨਾਂ ਦੇ 420 ਹੋ ਜੂਗੀ। ਦੋਨੋਂ ਚੀਜ਼ਾਂ ਨੇ। ਇਸ ਨਾਲ ਸਾਡੇ ਨਾਲ ਸਿਮਰਨਜੀਤ ਕੌਰ ਗਿੱਲ, ਜਿਨ੍ਹਾਂ ਨੇ ਸਪਸ਼ਟ ਦੱਸਿਆ ਜਿਸ ਤਰੀਕੇ ਨਾਲ ਐਨਜੀਓ ਚੱਲਦੀਆਂ ਨੇ, ਐਨਜੀਓ ਹੋਵੇ ਚਾਹੇ ਕੋਈ ਵੀ ਅਦਾਰਾ ਹੋਵੇ ਜੋ ਲੋਕਾਂ ਲਈ ਕੰਮ ਕਰਦਾ ਜਾਂ ਜਿੱਥੇ ਲੋਕਾਂ ਦਾ ਪੈਸਾ ਜਾਂਦਾ ਉਸ ਨੂੰ ਸਾਥ ਦੇਣਾ ਚਾਹੀਦਾ, ਚਾਹੇ ਕੋਈ ਵੀ ਹੋਵੇ। ਪਰ ਸਵਾਲ ਇਹ ਹੈ ਕਿ ਜਿਸ ਤਰੀਕੇ ਨਾਲ ਐਨਜੀਓ ਲੈ ਕੇ ਹੁਣ ਘਮਾਸਾਨ ਪੰਜਾਬ ਦੇ ਵਿੱਚ ਲੱਗੇ ਹੋਇਆ ਹੈ ਕਿ ਹਿਸਾਬ ਦੇਣਾ ਚਾਹੀਦਾ ਹੈ, ਪਰ ਉਹ ਕਹਿੰਦੇ ਨੇ ਅਸੀਂ ਹਿਸਾਬ ਦੇਵਾਂਗੇ ਜਿਨ੍ਹਾਂ ਨੇ ਸਾਨੂੰ ਪੈਸੇ ਦਿੱਤੇ ਨੇ। ਇਸ ਚੀਜ਼ ਨਾਲ ਨਹੀਂ ਚੱਲਣਾ ਚਾਹੀਦਾ, ਇਸ ਤਰੀਕੇ ਨਾਲ ਨਹੀਂ ਗੱਲ ਹੋਣੀ ਚਾਹੀਦੀ। ਪਰ ਹੁਣ ਦੇਖਾਂਗੇ ਐਨਜੀਓ ਨੂੰ ਲੈ ਕੇ ਕਿਹੜੀ-ਕਿਹੜੀਆਂ ਨਵੀਆਂ ਪਰਤਾਂ ਖੁੱਲ੍ਹਦੀਆਂ ਨੇ, ਹਿਸਾਬ ਮਿਲਦਾ ਕਿ ਨਹੀਂ ਮਿਲਦਾ ਗੱਲ ਵੱਖਰੀ ਹੈ। ਪਰ ਸੋਸ਼ਲ ਮੀਡੀਆ ਉੱਤੇ ਵੀ ਕਿਤੇ ਨਾ ਕਿਤੇ ਸ਼ਬਦਾਂ ਦੀ ਮਰਿਆਦਾ ਹੋਣੀ ਚਾਹੀਦੀ ਹੈ। ਜਿਹੜੇ ਸ਼ਬਦ ਤੁਸੀਂ ਲਿਖਦੇ ਹੋ, ਕਮੈਂਟ ਕਰਦੇ ਹੋ, ਉਹਨਾਂ ਦੀ ਕਿਤੇ ਮਰਿਆਦਾ ਹੋਣੀ ਚਾਹੀਦੀ ਹੈ, ਕਿਉਂਕਿ ਸ਼ਬਦਾਂ ਤੋਂ ਪਤਾ ਲੱਗ ਜਾਂਦਾ ਕਿ ਬੰਦੇ ਦਾ ਸੋਚਣੀ ਕੀ ਹੈਗੀ ਹੈ। ਤਾਂ ਆਪਾਂ ਫਿਰ ਦੇਖਾਂਗੇ ਕਿ ਹੋਰ ਕਿਸ ਤਰੀਕੇ ਨਾਲ ਐਨਜੀਓ ਅੱਗੇ ਜਾ ਕੇ ਆਪਣੀਆਂ ਸਫਾਈਆਂ ਦਿੰਦੇ ਨੇ, ਕਿਉਂਕਿ ਹਿਸਾਬ ਦੇ ਪਾਏਗਾ। ਜੇ ਹਿਸਾਬ ਦੀ ਗੱਲ ਕਰਦੇ ਨੇ ਜਾਂ ਖਾਤੇ ਦੀ ਗੱਲ ਕਰਦੇ ਨੇ, ਉਹਨਾਂ ਨੇ 1-1 ਰੁਪਈਆ ਲਿਖਿਆ, ਕਿ ਹੋ ਪਾਏਗਾ ਕਿ ਹਿਸਾਬ ਦੇਣਗੇ ਐਨਜੀਓ ਵਾਲੇ? ਉਹ ਜਿਹੜੇ ਸਵਾਲ ਕਰਦੇ ਨੇ ਜੇ ਉਹਨਾਂ ਨੂੰ ਜਵਾਬ ਮਿਲ ਜਾਂਦੇ ਨੇ ਕਿ ਉਹਨਾਂ ਕੋਲ ਜਾ ਕੇ ਮਾਫੀ ਮੰਗਣਗੇ, ਇਹ ਵੀ ਕਿਤੇ ਨਾ ਕਿਤੇ ਵਿਸ਼ਾ ਚਰਚਾ ਰਹੇਗਾ। ਪਰ ਐਨਜੀਓ ਜਿਹੜੇ ਕੰਮ ਕਰਦੇ ਨੇ ਜਾਂ ਸਮਾਜ ਸੇਵੀ ਨੇ, ਉਹ ਕੰਮ ਕਰਦੇ ਰਹਿਣ, ਕਿਉਂਕਿ ਸਮਾਜ ਸੇਵਕ ਹੀ ਕਈ ਇਹੋ ਜਿਹੇ ਗਰੀਬ ਲੋਕ ਹੈਗੇ ਨੇ ਜਿਹੜੇ ਸਮਾਜ ਸੇਵਕ ਉੱਤੇ ਹੀ ਥੋੜ੍ਹੇ ਡਿਪੈਂਡ ਨੇ। ਉਹਨਾਂ ਨੂੰ ਰਾਸ਼ਨ ਹੋ ਗਿਆ, ਖਾਣਾ ਪਾਣੀ ਹੋ ਗਿਆ ਜਾਂ ਸਿੱਖਿਆ ਨੂੰ ਲੈ ਕੇ ਉਹ ਚੱਲਦੇ ਨੇ। ਆਪਾਂ ਫਿਰ ਨਵੇਂ ਸ਼ਖਸ ਨਾਲ ਗੱਲਬਾਤ ਕਰਾਂਗੇ। ਸਾਨੂੰ ਦਿਓ ਇਜਾਜ਼ਤ, ਧੰਨਵਾਦ।